सत श्री अकाल, नमस्कार, आदाब दर्शकों। तुहाडा गुरलाल हाज़र प्रोग्राम ओपन प्लेटफॉर्म लैके जस पंजाबी दे मंच तो। दर्शकों माफ़ी चाहना पिछले हफ्ते तुहाडे रूबरू नहीं हो सकिया। कुछ रुझेवें जिंदगी के होंदे जिहड़े टाले नहीं जा सकते। उस तो बाद दर्शकों आपां गल करदे पंजाब च इलैक्शन तां चल ही रहे जोरां शोरां नाल। उस कई जिहड़ियां पार्टियां जिहड़ियां आपां गल करते सी, भारतीय जनता पार्टी शायद एक सीट जाऊ या दो हुण जिहड़े हिसाब नाल फिल्मी हस्तियां जिहड़ियां उन्हां दे विच शामिल हो रही। उस तो बाद जे आपां गल करिए तो होर वड्डे वड्डी मनमती शख्सियतां पंजाब विचों शामिल होणीआं। ते उस तो बाद डिफेंस मिनिस्टर राजनाथ सिंह जिहड़े है पठानकोट गुरदासपुर डिस्ट्रिक्ट दे विच आपदे चोण प्रचार लई आउंदे है, आपदी पूरी भूमिका बन के आंदे। ते उस तो बाद हुण पता लग्या कि आउण वाले एक दो दिनां दे विच होम मिनिस्टर भी आउणगे ते प्राइम मिनिस्टर भी प्रोग्राम बना रहे हैं। ਉਹਦੇ ਵਿੱਚ कई तरह दी ਕਿਆਸਾਂ ਆਈਆਂ ਨੇ। ਅਸੀਂ ਚਾਹੁੰਦੇ ਸੁੱਖੀ ਸੰਦੀ ਸਾਰਾ ਕੰਮ ਸਿਰੇ ਚੜ ਜੇ। ਜੇ ਆਪਾਂ ਫਿਲਮੀ ਹਸਤੀਆਂ ਦੀ ਗੱਲ ਕਰੀਏ ਤਾਂ ਹੋਬੀ ਧਾਲੀਵਾਲ, ਮਾਹੀ ਗਿੱਲ ਵੀ ਕੱਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਦਰਸ਼ਕੋ ਕੌਣ ਸ਼ਾਮਲ ਹੁੰਦਾ ਕੌਣ ਨਹੀਂ ਉਹ ਬਾਅਦ ਦੀਆਂ ਗੱਲਾਂ ਨੇ। ਆਪਾਂ ਗੱਲ ਪੰਜਾਬ ਤੇ ਪੰਜਾਬੀਅਤ ਦੀ ਕਰਨੀ ਹੈ, ਚਾਹੇ ਸਾਡੇ ਵੱਲੋਂ ਸਾਰੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਜਾਣ ਜਾਂ ਕਿਸੇ ਹੋਰ ਪਾਰਟੀ ਸ਼ਾਮਲ ਹੋ ਜਾਣ। ਦੇਖਣ ਵਾਲੀ ਗੱਲ ਇਹ ਹੋਊਗੀ ਕਿ ਸਾਡੇ ਪੰਜਾਬ ਦੇ ਪਾਣੀਆਂ ਦਾ ਪੱਧਰ ਉੱਚਾ ਹੋਊਗਾ। पंजाब तो जोड़ा प्रवास हो रहा है क्योंकि बेरोज़गारी बढ़ रही है वो घट होगी कि उत्थे जोड़ा अपने बेरोज़गार अध्यापक आप अध्यापक कहते क्यों क्योंकि वो बेरोज़गार है। जिन्ने भी होर आपदे मुहारत रखते हैं आपदे फील्ड दे विच उन्हां दी नौकरी उत्थे मिलूगी। उस तो बाद जे गल करिए तो ड्रग्स की जिहड़ी बहुत वड्डी प्रॉब्लम है। दर्शकों यह क्या सराइयां ने कि असीं ये कर लिए वो कर लिए। उस तो बाद भी ये बंदा जाके सट लिया कर दूगा वो कर लूगा, पर कई बंदे धरातल नाल जुड़े होंदे हैं, 5-5 साल काम भी करते हैं और सिटिंग MLA भी होंदे हैं और फिर भी उन्हां दा पार्टी विच देखो उन्हां दी टिकट नहीं मिलती क्योंकि कोई सैलेब्रिटी आ जाता है। चलो कोई कारण रहे होणगे, पर मैं गल कर रहा मोगा तो सिटिंग MLA ते हुण भारतीय जनता पार्टी के कैंडीडेट मोगा तो डॉक्टर हरजोत कमल जी साडे नाल जुड़े हुए हैं। उन्हां तो सारी सिचुएशन जानते हैं तो पुछते हैं की हाल चाल है। बहुत बहुत स्वागत डॉक्टर साहब तुहाडा जस पंजाबी के मंच ते। सत श्री अकाल भाजी, तुहानू भी और तुहाडे सारे ਤੁਹਾਡੇ ਨਾਲ जुड़े हुए ਦਰਸ਼ਕਾਂ ਨੂੰ ਉਹਨਾਂ ਨੂੰ ਵੀ ਮੈਂ ਸਤਿ ਸ੍ਰੀ ਅਕਾਲ ਬੁਲਾਉਣਾ। ਧੰਨਵਾਦ ਤੁਸੀਂ ਮੇਰੇ ਨਾਲ ਤੁਸੀਂ ਵੀ ਜੁੜੇ ਹੋ ਤੇ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਵੀ ਜੋੜਿਆ ਅੱਜ ਸਵੇਰੇ ਸਵੇਰੇ। ਜੀ 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 ਡਾਕਟਰ ਸਾਹਿਬ ਮੇਰੇ ਕੋਲ ਤੁਹਾਡੇ ਕੋਲ ਭਾਵੇਂ ਸ਼ਾਮ ਹੋ ਗਈ ਹੋਵੇ। ਹਾਂਜੀ ਹਾਂਜੀ ਇੱਥੇ ਕਰੀਬ ਸ਼ਾਮ ਦੇ 6 ਵਜੇ ਨੇ। ਡਾਕਟਰ ਸਾਹਿਬ ਇੱਥੇ ਬੈਠੇ ਖਾਸ ਕਰਕੇ ਜੇ ਤੁਹਾਡੀ ਕੰਸਟੀਚੁਐਂਸੀ ਦੀ ਗੱਲ ਕਰੀਏ ਲੋਕਾਂ ਦੇ ਬਹੁਤ ਟਿੱਪਣੀਆਂ ਆ ਰਹੀਆਂ ਸੀਗੀਆਂ ਬਹੁਤ ਕਿ ਤੁਸੀਂ ਕੁਛ ਨਾ ਕੁਛ ਕਾਰਨ ਜਾਣਨਾ ਚਾਹੁੰਦੇ ਕਿਉਂਕਿ ਤੁਹਾਡੇ ਨਾਲ ਵੀ ਲੋਕ ਚਾਹੇ ਤੁਸੀਂ ਆਸਟ੍ਰੇਲੀਆ ਆਏ ਹੋ ਜਾਂ ਧਰਤੀ ਦੇ ਕਿਸੇ ਹੋਰ ਪਾਰਟ 'ਚ ਗਏ ਹੋ ਲੋਕ ਬਹੁਤ ਜੁੜੇ ਹੋਏ ਹੈ ਤੇ ਉਹਨਾਂ ਦਾ ਸਭ ਤੋਂ ਵੱਡਾ ਇੱਕ ਖਦਸ਼ਾ ਸੀ ਜਿਹੜਾ ਕਿ ਤੁਸੀਂ ਆਪ ਕਲੀਅਰ ਕਰੋ ਕਿ ਤੁਸੀਂ MLA ਸੀ ਕਾਂਗਰਸ ਦੇ ਵਿੱਚ ਔਰ ਐਵੇਂ ਨਹੀਂ ਕਿ ਤੁਸੀਂ ਐਬਸੈਂਟ ਰਹੇ ਹੈ। ਈਵਨ ਕਰੋਨਾ ਦੀ ਮਹਾਮਾਰੀ ਦੇ ਵਿੱਚ ਵੀ ਤੁਸੀਂ ਪੂਰੇ ਅਲਰਟ ਰਹੇ ਹੋ, ਆਪਦੇ ਮਿਲਣ ਵਾਲਿਆਂ ਲਈ ਲੋੜਵੰਦਾਂ ਲਈ ਜਾ ਕੇ ਮਿਲਦੇ ਰਹੇ ਹੋ, ਕੰਮ ਕਰਦੇ ਰਹੇ ਹੋ। ਉਸ ਤੋਂ ਬਾਅਦ ਕੀ ਕਾਂਗਰਸ ਪਾਰਟੀ ਦੀ ਏਡੀ ਮਜਬੂਰੀ ਬਣ ਗਈ ਸੀ ਕਿ ਤੁਹਾਨੂੰ ਭਾਰਤੀ ਜਨਤਾ ਪਾਰਟੀ ਜਾਣਾ ਪਿਆ ਕਿਉਂਕਿ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਗਈ? पंडाल साहब पहला तो इस गल ਲਈ ਤੁਹਾਡਾ ਸ਼ੁਕਰੀਆ, ਤੁਸੀਂ ਮੇਰੇ ਵਾਸਤੇ ਚੰਦ ਅਲਫਾਜ਼ ਚੰਗੇ ਵਰਤੇ ਆ। ਵਾਕਈ ਮੈਂ ਸਮਝਦਾ ਕਿ ਕਿਸੇ ਵੀ MLA ਜਦੋਂ ਉਹ ਸੈਕੰਡ ਟਾਈਮ ਤੇ ਆਉਂਦਾ ਤਾਂ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਹੀ ਹੁੰਦੀਆਂ। ਪਹਿਲੀ ਤਾਂ ਇਹ ਕਿ ਕੀ ਉਹਨੇ ਕੰਮ ਕੀਤੇ ਆ। ਹਾਂ ਮੈਂ ਬਹੁਤ ਸਾਰੀ ਜਿਹੜਾ ਮੇਰੇ ਏਰੀਆ ਹੈਗਾ ਉਹਦੇ ਵਿੱਚ ਡਿਵੈਲਪਮੈਂਟ ਦੇ ਕੰਮ ਕੀਤੇ ਆ। ਹਾਲਾਂਕਿ ਕਾਰਪੋਰੇਸ਼ਨ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਦੂਜੀ ਸ਼੍ਰੋਮਣੀ ਅਕਾਲੀ ਦਲ ਸੀ ਉਹਨਾਂ ਦੀ ਪਹਿਲਾਂ ਚੱਲੀ ਆਉਂਦੀ ਸੀ, ਪਰ ਮੇਰੇ ਤਾਂ 8 ਮਹੀਨੇ ਹੋਏ ਆ। ਮਈ ਦੇ ਅੱਧ ਦੇ ਵਿੱਚ ਹੀ ਕਾਰਪੋਰੇਸ਼ਨ ਜਿਹੜੀ ਉਹ ਮੇਰੇ ਵਾਲੀ ਬਣੀ ਹੈ। ਤੇ ਇਹਨਾਂ 8 ਦੇ ਵਿੱਚ ਜਿਹੜੀਆਂ ਬਹੁਤ 20 25 30 ਸਾਲ ਪੁਰਾਣੀਆਂ ਸੜਕਾਂ ਸੀ ਉਹ ਵੀ ਅਸੀਂ ਬਣਾਈਆਂ। ਔਰ ਜਿੱਥੇ ਮੈਂ ਗੱਲ ਕਰਾਂ ਕਿ ਸ਼ਹਿਰ ਦੇ ਵਿੱਚ ਇੱਕ ਨਵਾਂ ਜੱਚਾ ਬੱਚਾ ਹਸਪੀਟਲ ਬਹੁਤ ਵੱਡਾ ਮਦਰ ਐਂਡ ਚਾਈਲਡ ਕੇਅਰ ਬਣਾਇਆ ਹੈਗਾ। 450 ਬੈੱਡ ਦਾ ਆਕਸੀਜਨ ਦੀ ਸਪਲਾਈ ਬੈੱਡ ਤੱਕ ਕੀਤੀ ਹੈ। ਆਕਸੀਜਨ ਦੀ ਇਹਦੇ ਕਰਕੇ ਆਕਸੀਜਨ ਜਨਰੇਟਰ 2 ਇੱਥੇ ਸਿਵਲ ਹਸਪੀਟਲ ਚ ਲਵਾਏ ਆ ਜਿਨ੍ਹਾਂ ਦੀ ਜਿਹੜੀ ਖਮਤਾ ਹੈਗੀ ਆ 1500 ਲੀਟਰ ਪਰ ਮਿੰਟ ਹੈਗੀ ਆ। ਤੋ ਇਹ ਸੀ ਇਸੇ ਤਰ੍ਹਾਂ ਹੀ ਇੱਕ ਆਯੂਸ਼ ਦਾ ਹਸਪੀਟਲ ਸੈਂਟਰ ਗਵਰਨਮੈਂਟ ਤੋਂ ਲਿਆ ਕੇ ਪੰਜਾਬ ਚ ਸਿਰਫ 2 ਹੀ ਆਏ ਸੀਗੇ, ਇੱਕ ਮੁਹਾਲੀ ਕੋਲ ਤੇ ਦੂਜਾ ਮੈਂ ਇੱਥੇ ਬਣਾਇਆ ਉਹ 6.5 ਕਰੋੜ ਨਾਲ
4 ਮੰਜ਼ਿਲਾਂ ਦਾ ਹਸਪੀਟਲ GT ਰੋਡ ਦੇ ਉੱਤੇ। तो चाहे फोकल गल करा मैं, तकरीबन 10 करोड़ ਦੇ ਉੱਥੇ ਕੰਮ ਹੋਏ ਆ, ਸੜਕਾਂ ਹੋਰ ये वो ਬੜੀ ਪੁਰਾਣੀਆਂ ਉਹਦੀਆਂ ਟੁੱਟੀਆਂ ਪਈਆਂ ਸੀ। ਬਾਹਰਲੀ ਦਾਣ ਉਹਦੇ ਵਿੱਚ ਤਕਰੀਬਨ 11 ਕਰੋੜ 65 ਲੱਖ ਰੁਪਈਆ ਲਾ ਕੇ ਸਾਰੀ ਰੈਨੋਵੇਸ਼ਨ ਕੀਤੀ ਹੈ। ਤੋਂ ਫਨ ਪਾਰਕ ਪੌਣੇ 2 ਕਰੋੜ ਦਾ, ਇੱਕ ਕਮਿਊਨਿਟੀ ਸੈਂਟਰ ਬਣ ਰਿਹਾ ਹੈਗਾ ਤਕਰੀਬਨ 5.5 ਕਰੋੜ ਦਾ। ਤੋਂ ਪਿੰਡਾਂ ਦੇ ਮੇਰਾ ਖਿਆਲ 100% ਤਾਂ ਕੋਈ ਵੀ ਨਹੀਂ ਡਿਲੀਵਰ ਕਰ ਪਾਉਂਦਾ, ਪਰ ਮੈਂ 90% ਜਿਹੜੀਆਂ ਸੜਕਾਂ ਗਲੀਆਂ ਔਰ ਜਿਹੜੀਆਂ ਪੁਰਾਣੀਆਂ 25 50 ਸਾਲ ਮੇਰੇ ਤੋਂ ਵੀ ਵੱਡੀ ਉਮਰ ਦੀਆਂ ਜਿਹੜੀਆਂ ਪੁਲੀਆਂ ਸੀਗੀਆਂ 10 11 ਫੁੱਟ 24 ਫੁੱਟ ਕੋਈ 28 ਫੁੱਟ ਕੀਤੀਆਂ ਹੈ। ਤੋ ਕੰਮ ਵੀ ਕੀਤਾ ਮੈਂ ਔਰ ਲੋਕ ਇਸ ਗੱਲ ਨੂੰ ਮੰਨਦੇ ਆ ਵੀ ਹਾਂ ਕੰਮ ਤਾਂ ਹੋਇਆ। ਔਰ ਦੂਜੀ ਗੱਲ ਕਿ ਕੀ ਤੁਹਾਡਾ MLA ਜਿਹਨੂੰ ਤੁਸੀਂ ਚੁਣਿਆ ਸੀ ਉਹ ਤੁਹਾਡੇ 'ਚ ਹਾਜ਼ਰ ਰਿਹਾ। ਇਸ ਗੱਲ ਬਾਰੇ ਮਾਨ ਨਾਲ ਕਹਿ ਸਕਦਾ ਕਿ ਪਹਿਲਾ ਮੋਗੇ ਦਾ MLA ਹੋਊਗਾ ਜਿਹਨੇ ਇੰਨਾ ਵਧੀਆ ਕਾਰਪੋਰੇਟ ਆਫਿਸ ਬਣਾ ਕੇ 10 ਬੰਦਿਆਂ ਦੇ ਸਟਾਫ ਨਾਲ ਸਰਕਾਰੀ ਸੁਵਿਧਾ ਸੈਂਟਰ ਵਾਂਗੂ ਬਿਲਕੁਲ ਮੁਫਤ ਜਿਹੜੀਆਂ ਸਾਰੀਆਂ ਸੁਵਿਧਾਵਾਂ ਦਿੱਤੀਆਂ, ਅਵੇਲੇਬਿਲਟੀ ਰਹੀ ਆ ਔਰ ਹਰ ਕਿਸੇ ਦੇ ਦੁੱਖ ਦੇ ਸੁੱਖ ਦੇ ਖੁਸ਼ੀ ਗਮ 'ਚ ਸ਼ਾਮਲ ਹੁੰਦਾ ਰਿਹਾ ਔਰ ਮੇਰੀ ਸਭ ਤੋਂ ਵੱਧ ਪ੍ਰੈਜ਼ੈਂਸ ਮੋਗੇ ਦੇ ਵਿੱਚ ਹੀ ਰਹੀ ਹੈ। ਸੋ ਇਹਦੇ ਅਗਲੀ ਗੱਲ ਇਹ ਹੁੰਦੀ ਆ ਕਿ ਅਗਲੇ ਕਹਿੰਦੇ ਆ ਕਿ ਜੀ MLA ਬਣਾਇਆ ਸੀ, ਉਹ ਬਣ ਕੇ ਉਹਦੀ ਧੌਣ 'ਚ ਕਿੱਲਾ ਹੀ ਬਾਹਲਾ ਆ ਗਿਆ, ਕਿਸੇ ਨਾਲ ਸਿੱਧੇ ਮੂੰਹ ਕਰਦਾ। ਇਸ ਗੱਲ ਦੇ ਵੀ ਤੁਹਾਡੇ ਦਰਸ਼ਕ ਤੁਹਾਡੇ ਰਾਹੀਂ ਬਹੁਤ ਸਾਰੇ ਬੰਦਿਆਂ ਨੂੰ ਪਤਾ ਕਿ ਹਰਜੋਤ ਕਮਲ ਜਿੰਨਾ ਡੋਕੂਆ ਤੋਂ ਪਹਿਲਾਂ ਦਰਸ਼ਕੋ ਲੱਗਦਾ ਸਾਡਾ ਕਨੈਕਸ਼ਨ ਜੀ ਅੱਜ ਜਿੰਨਾ ਪਹਿਲਾਂ ਡਾਊਨ ਟੂ ਅਰਥ ਸੀ ਅੱਜ ਵੀ ਹਰਜੋਤ ਕਮਲ ਉਨਾ ਹੀ ਨੀਵਾਂ ਤੇ ਨਿਮਾਣਾ ਹੋ ਕੇ ਮਿਲਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਇਸ ਗੱਲ ਦੀ ਮੈਨੂੰ ਵੀ ਬੜੀ ਹੈਰਾਨੀ ਹੋਈ ਕਿ ਤੁਸੀਂ ਆਪਦਾ 22 ਸਾਲ ਪੁਰਾਣਾ ਤੁਹਾਡੀ ਪਾਰਟੀ ਦਾ ਤੁਹਾਡੇ ਨਾਲ ਕੰਮ ਕਰਨ ਵਾਲਾ ਜਿਹਨੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਹੋਵੇ ਔਰ ਉਹਨਾਂ ਮੁਸ਼ਕਿਲ ਦੌਰ ਦੇ ਵਿੱਚ ਜਿੱਥੇ ਮੋਗਾ ਪੰਜਾਬ ਦੀ ਧੁਨੀ ਮੰਨਿਆ ਜਾਂਦਾ ਉੱਥੇ ਬਹੁਤ ਵੱਡੇ ਪਰਿਵਾਰ ਨਾਲ ਲੜਾਈ ਲੜੀ। ਆਮ ਆਦਮੀ ਪਾਰਟੀ ਦਾ ਮਾਲ ਵਿੱਚ ਖਾਸ ਕਰਕੇ ਮੋਗੇ 'ਚ ਬਹੁਤ ਵੱਡਾ ਸੀਗਾ ਨਾ, ਉਹਨਾਂ ਨਾਲ ਲੜਾਈ ਔਰ ਸਰਕਾਰ ਬਣਾਉਣ ਲਈ ਇੱਕ ਸੀਟ ਇੱਥੋਂ ਜਿੱਤ ਕੇ ਉਹਦੇ ਵਿੱਚ ਕੰਟਰੀਬਿਊਸ਼ਨ ਕੀਤੀ ਔਰ ਸਿਰਫ ਇਸ ਕਰਕੇ ਹੀ ਵੱਢ ਦਿੱਤਾ ਗਿਆ ਕਿ ਕੋਈ ਹੋਰ ਵੱਡਾ ਚਿਹਰਾ ਸੈਲੀਬ੍ਰਿਟੀ ਚਲੋ ਉਹ ਆਪ ਆਉਂਦਾ ਤਾਂ ਵੀ ਮੈਂ ਮੰਨਦਾ, ਉਹਦੀ ਭੈਣ ਨੂੰ ਗਾਂ ਮੂਹਰੇ ਲਿਆ ਕੇ ਤੇ ਤੁਸੀਂ ਆਪਣਾ ਜਿਹੜਾ ਪਾਰਟੀ ਦਾ ਇੱਕ ਬੰਦਾ ਵਧੀਆ ਤੁਹਾਡੇ ਨਾਲ ਜੁੜਿਆ ਸੀ, ਤੁਹਾਡੀ ਪ੍ਰਮੋਸ਼ਨ ਕਰਨ ਵਾਲਾ, ਪਾਰਟੀ ਦੀ ਸੁੱਖ ਮੰਗਣ ਵਾਲਾ, ਉਹਨੂੰ ਵੱਢ ਕੇ ਤੁਸੀਂ ਉਸ ਕੁੜੀ ਨੂੰ ਦੇ ਦਿੱਤੀ ਜਿਹਦਾ ਆਪਦਾ ਵਜੂਦ ਇੰਨਾ ਹੀ ਆ ਕਿ ਉਹ ਇੱਕ ਸੈਲੀਬ੍ਰਿਟੀ ਦੀ ਭੈਣ ਆ ਔਰ ਉਹਦਾ ਦੇ ਵਿੱਚ ਕਿੰਨੀ ਕੁ ਉਹਦੀ ਨਿਸ਼ਠਾ ਤੇ ਕਿੰਨਾ ਕੁ ਉਹਦੀ ਸਿੰਸੀਅਰਿਟੀ ਰਹੂਗੀ ਕਿਉਂਕਿ ਤੁਹਾਨੂੰ ਵੀ ਪਤਾ ਹਰ ਪਾਰਟੀ ਦੇ ਵਿੱਚ ਪਹਿਲਾਂ ਉਹਨਾਂ ਨੇ ਟੋਹ ਕੇ ਦੇਖ ਲਿਆ, ਜਦੋਂ ਕਿਤੇ ਗੱਲ ਨਹੀਂ ਬਣੀ ਤਾਂ ਫਿਰ ਕਾਂਗਰਸ ਵਾਲਿਆਂ ਨੂੰ ਜਿਹੜਾ ਉਹ ਵਰਤ ਗਏ। ਜੀ ਡਾਕਟਰ ਸਾਹਿਬ ਤੁਸੀਂ ਬੜੇ ਵਿਸਤਾਰ ਨਾਲ ਗੱਲ ਬਹੁਤ ਸੋਹਣੀ ਕੀਤੀ। ਤੁਹਾਡੇ ਨਾ ਕੰਸਟੀਚੁਐਂਸੀ ਦੇ ਕੋਈ ਫਲਾਣੇ ਪਿੰਡ ਦਾ ਕੋਈ ਫਲਾਣੇ ਪਿੰਡ ਦਾ ਬਾਰ-ਬਾਰ ਆ ਰਹੀ ਸੀ ਕਿ ਤੁਸੀਂ ਉਹਨਾਂ ਨੂੰ ਕਹੋ, ਕਿਉਂਕਿ ਹਰ ਬੰਦਾ ਇਹ ਗੱਲ ਕਰ ਰਿਹਾ ਸੀ ਸਾਡੇ ਪਿੰਡ ਦੇ ਸਾਡੇ ਤਾਏ ਚਾਚੇ ਜਾਂ ਸਾਡਾ ਸਰਪੰਚ ਡਾਕਟਰ ਸਾਹਿਬ ਨਾਲ ਬਹੁਤ ਜੁੜਿਆ ਹੋਇਆ ਸੀ ਅਤੇ ਉਹ ਹਰ ਕੰਮ ਕਰਾਉਂਦੇ ਸੀ, ਦੇਰ ਜਾਈਏ ਸਨੇਰ ਜਾਈਏ ਰਾਤ ਜਾਈਏ ਦਿਨ ਜਾਈਏ, ਅਤੇ ਕਈ ਲੋਕਾਂ ਨੇ ਕਾਫੀ ਦਿਲ ਨੂੰ ਲਾਈ ਆ ਗੱਲ ਤਾਂ ਮੈਂ ਤੁਹਾਨੂੰ ਪੁੱਛੀ ਹੈ। ਅਤੇ ਹੁਣ ਇਹ ਦੱਸੋ ਤੁਹਾਡੀ ਸੀਟ ਤੇ ਆਪਾਂ ਬਾਅਦ ਚੁਣਨੇ, ਪਹਿਲਾਂ ਓਵਰਆਲ ਦੱਸੋ ਕਿ ਭਾਰਤੀ ਜਨਤਾ ਪਾਰਟੀ ਚਲੋ ਕਿਸਾਨ ਅੰਦੋਲਨ ਜੋ ਹੋਇਆ ਉਹਨਾਂ ਨੇ ਮੰਨ ਲਈਆਂ ਮੰਗਾਂ, ਉਹ ਚਿਰ ਹੋ ਗਿਆ ਉਹਨਾਂ ਗੱਲਾਂ ਨੂੰ। ਗੱਲ ਇਹ ਕਿ ਪਿਛਲੇ 48 ਘੰਟਿਆਂ ਦੇ ਵਿੱਚ ਕਾਫੀ ਚੇਂਜਸ ਦੇਖਣ ਨੂੰ ਮਿਲ ਰਹੀਆਂ, ਕਾਫੀ ਵੱਡੀ ਸੈਲੈਬਰਿਟੀਜ਼ ਹੌਬੀ ਧਾਲੀਵਾਲ ਦੀ ਗੱਲ ਕਰ ਲਈਏ, ਮਾਹੀ ਗਿੱਲ ਦੀ ਗੱਲ ਕਰ ਲਈਏ, ਕਾਫੀ ਹੋਰ ਵੱਡੇ ਮਾਣਮੱਤੀ ਸ਼ਖਸੀਅਤਾਂ ਭਾਰਤੀ ਜਨਤਾ ਪਾਰਟੀ ਜਾ ਰਹੀਆਂ। ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਵੀ ਆਉਂਦੇ ਆ, ਜਿਹੜਾ ਉੱਤਰੀ ਪੰਜਾਬ ਹੈ ਉੱਥੇ ਆਪਦਾ ਪ੍ਰਚਾਰ ਕਰਕੇ ਜਾਂਦੇ ਔਰ ਆਉਣ ਵਾਲੇ ਟਾਈਮ 'ਚ ਸ਼ਾਇਦ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਸਾਹਿਬ ਵੀ ਆਉਣ, ਅਤੇ ਸਮੀਕਰਨ ਚੇਂਜ ਹੁੰਦੇ ਲੱਗਦੇ ਤੁਹਾਨੂੰ? ਪਹਿਲਾਂ ਤਾਂ ਭਾਜੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜਿਹੜੀ ਤੁਸੀਂ ਗੱਲ ਕਹੀ ਕਿ ਤੁਹਾਡੇ ਨਾਲ ਜੁੜੇ ਹੋਏ ਮੇਰੇ ਹਲਕੇ ਦੇ ਬਹੁਤ ਸਾਰੇ ਲੋਕ ਇਸ ਗੱਲ ਦੀ ਤਇ ਹੈ ਕਿ ਮੇਰੇ ਤੇ ਮੇਰੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਬਹੁਤ ਵਧੀਆ ਰਿਲੇਸ਼ਨ ਰਹੇ ਹੈ ਔਰ ਮੈਂ ਹਾਜ਼ਰ ਰਿਹਾ ਉਹਨਾਂ ਦੇ ਖੁਸ਼ੀਆਂ ਗਮੀਆਂ ਦੇ ਵਿੱਚ ਮਿਲਦਾ ਰਿਹਾ ਔਰ ਇਹੀ ਸਬੱਬ ਹੈਗਾ ਕਿ ਜਦੋਂ ਮੇਰੇ ਨਾਲ ਇਹ ਹਾਦਸਾ ਵਾਪਰਿਆ ਤੇ ਇਕੱਲਾ ਮੈਂ ਮੇਰੇ ਨਾਲ ਬਹੁਤ ਸਾਰੇ ਲੋਕ ਚਾਹੇ ਫੋਨ ਤੇ ਜੁੜ ਕੇ ਚਾਹੇ ਮੇਰੇ ਨਾਲ ਨਿੱਜੀ ਤੌਰ ਤੇ
ਸਾਰੇ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਔਰ ਗੱਲ ਕਰਦਿਆਂ ਮੇਰਾ ਵੀ ਗਲਾ ਭਰ ਜਾਂਦਾ। ਔਰ ਇੰਨਾ ਪਿਆਰ ਕਿਸੇ ਨੂੰ ਮਿਲਣਾ, ਮੈਂ ਸਮਝਦਾ ਕਿ MLA ਸ਼ਿਪ ਬਹੁਤ ਛੋਟੀ ਰਹਿ ਜਾਂਦੀ ਉਹਦੇ ਮੂਹਰੇ। ਜੀ 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 ਜੀ। BJP ਦੀ ਗੱਲ ਕੀਤੀ ਹੈ, ਮੈਂ ਵੀ ਜਦੋਂ ਪਾਰਟੀ ਨੇ ਇਸ ਤਰੀਕੇ ਨਾਲ ਨਕਾਰ ਦਿੱਤਾ ਤਾਂ ਮੇਰੇ ਮੂਹਰੇ ਦੋ ਹੀ ਤਰੀਕੇ ਰਹਿ ਗਏ ਸੀਗੇ ਵੀ ਜਾਂ ਤਾਂ ਮੈਂ ਘਰੇ ਬਹਿ ਜਾਂਦਾ ਟਿਕ ਕੇ, ਔਰ ਜਾਂ ਫਿਰ ਮੈਂ ਆਪਦੀ ਨਵੀਂ ਪਾਰੀ ਵਾਸਤੇ ਕੋਈ ਮੈਂ ਵੀ ਹੱਥ ਪੈਰ ਮਾਰਦਾ। ਜੇ ਪਾਰਟੀ ਕੋਲੇ ਆਪਸ਼ਨਸ ਹੈਗੀਆਂ ਤਾਂ ਫਿਰ ਆਪਸ਼ਨਸ ਤਾਂ ਹਰ ਬੰਦੇ ਕੋਲੇ ਹੁੰਦੀਆਂ ਜ਼ਿੰਦਗੀ ਦੇ ਵਿੱਚ। ਪਰਮਾਤਮਾ ਕਹਿੰਦੇ ਜੇ ਕਿਸੇ ਤੋਂ ਕੋਈ ਚੀਜ਼ ਇੱਕ ਖੋਹਦਾ ਤੇ ਇਸ ਕਰਕੇ ਖਾਲੀ ਹੁੰਦਾ ਕਿ ਪਰਮਾਤਮਾ ਉਹਨੂੰ ਕੋਈ ਹੋਰ ਚੀਜ਼ ਦੇਣੇ ਵਾਸਤੇ ਉਹਦਾ ਹੱਥ ਖਾਲੀ ਕਰ ਲੈਂਦਾ। ਸੋ ਮੇਰੇ ਜਿਹੜੇ ਨਾਲ ਜੁੜੇ ਹੋਏ ਲੋਕ ਆ, ਔਰ ਮੈਂ ਇਹ ਗੱਲ ਤੁਸੀਂ ਵੀ ਜਾਣਦੇ ਹੋ ਕਿ ਜਦੋਂ ਕੋਈ ਲੀਡਰ ਜਿਹਨੇ ਹਲਕੇ ਦੇ ਵਿੱਚ ਪਹਿਲਾਂ ਵੀ ਕੰਮ ਕੀਤਾ ਹੋਵੇ, ਲੋਕ ਜੋੜੇ ਹੋਣ ਨਾਲ ਇੱਕ ਪਾਰਟੀ ਨੂੰ ਮਰੀ ਪਈ ਨੂੰ ਸਟੈਂਡ ਕੀਤਾ ਹੋਵੇ ਹਲਕੇ ਦੇ ਵਿੱਚੋਂ। ਜੈਨ ਸਾਹਿਬ ਦੇ ਬਾਅਦ ਇੱਥੇ ਤਾਂ ਹਾਲਤ ਇਹ ਸੀਗੇ ਕਿ ਪਤਾ ਹੀ ਨਹੀਂ ਸੀ ਹੁੰਦਾ ਵੀ ਕਿਸੇ ਪਿੰਡ 'ਚ ਕੋਈ ਕਾਂਗਰਸੀ ਹੈਗਾ ਵੀ ਹੈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਬੰਦੇ ਨਾਲ ਲੋਕ ਜੁੜੇ ਹੋਣ ਉਹ ਫਿਰ ਤੁਹਾਨੂੰ ਉਹਨਾਂ ਦੀ ਵੀ ਕਿਤੇ ਨਾ ਕਿਤੇ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਲੀਡਰ ਘਰੇ ਨਾ ਬਹਿ ਜਾਏ, ਕਿਉਂਕਿ ਉਹ ਉਹਨਾਂ ਦੇ ਕੰਮਕਾਰ, ਉਹਨਾਂ ਦਾ ਸਾਰਾ ਦਾਰੋਮਦਾਰ ਜਿਹੜਾ ਉਸ ਬੰਦੇ ਨਾਲ ਜੁੜਿਆ ਹੁੰਦਾ। ਔਰ ਕੋਈ ਵੀ ਜਦੋਂ ਲੀਡਰ ਸਥਾਪਿਤ ਹੁੰਦਾ ਤਾਂ ਉਹਦੀ ਇੱਕ ਆਪਣੀ ਟੀਮ ਬਣਦੀ ਆ, ਉਹਦਾ ਇੱਕ ਆਪਣਾ ਪਰਿਵਾਰ ਬਣਦਾ। ਸੋ ਕਿਤੇ ਨਾ ਕਿਤੇ ਹਰ ਬੰਦੇ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਪਿਛਲੇ ਜਿਹੜੇ ਲੀਡਰ ਸੀਗੇ ਉਹ ਜਦੋਂ ਰਹੇ ਨੇ ਤੇ ਉਹਨਾਂ ਨਾਲ ਉਹਨਾਂ ਦੀ ਟੀਮ ਨੇ ਕੰਮ ਕੀਤਾ। ਜਦੋਂ ਕੋਈ ਨਵਾਂ ਚਿਹਰਾ ਸਥਾਪਿਤ ਹੁੰਦਾ ਤਾਂ ਉਹਦੇ ਨਾਲ ਉਹਦੀ ਟੀਮ ਬਣ ਜਾਂਦੀ ਹੈ। ਸੋ ਲੋਕਾਂ ਨੂੰ ਇਹ ਖਦਸ਼ਾ ਸੀ ਕਿ ਜੇ ਹੁਣ ਹਰਜੋਤ ਕਮਲ ਘਰੇ ਬਹਿ ਗਿਆ ਤੇ ਅਸੀਂ ਫਿਰ ਕਿਹਦੇ ਕੋਲੇ ਜਾਵਾਂਗੇ ਕੰਮਕਾਰ ਨੂੰ ਵੀ ਔਰ ਰਾਜਨੀਤਿਕ ਤੌਰ ਤੇ ਵੀ। ਅਸੀਂ ਵੀ ਜੇ ਹਰਜੋਤ ਕਮਲ ਮਰਦਾ ਤਾਂ ਨਾਲ ਉਹ ਸਾਰੀ ਟੀਮ ਵੀ ਜਿਹੜੀ ਹੈ ਉਹ ਖਤਮ ਹੁੰਦੀ ਹੈ। ਫਿਰ ਮੇਰੇ ਸਾਥੀਆਂ ਨੇ ਇਸ ਗੱਲ ਲਈ ਅਗਾਹ ਕੀਤਾ ਕਿ ਮੈਂ ਆਪਣੇ ਵਾਸਤੇ ਜਿਹੜੀ ਲੜਾਈ ਲੜਾਂ। ਸੋ ਮੈਂ ਜਦੋਂ ਇਸ ਗੱਲ ਨੂੰ ਜਿਹੜੀ ਮੈਂ ਪਹਿਲਾਂ ਕਹੀ ਹੈ ਕਿ ਦੋ ਹੀ ਆਪਸ਼ਨ ਸੀਗੀਆਂ, ਜਾਂ ਤਾਂ ਮੈਂ ਘਰੇ ਬਹਿ ਜਾਂਦਾ ਤੇ ਚੁੱਪ ਕਰਕੇ ਦੇਖਦਾ ਜੋ ਉਥਲ ਪੁਥਲ ਹੁੰਦੀ ਹੈ, ਮੈਂ ਆਰਾਮ ਨਾਲ ਉਹਦਾ ਇੱਕ ਸਾਖਸ਼ਾਤ ਬਣ ਜਾਂਦਾ ਗਵਾਹ, ਤੇ ਜਾਂ ਫਿਰ ਇਹ ਸੀਗਾ ਕਿ ਮੈਨੂੰ ਵੀ ਕੁਛ ਨਾ ਕੁਛ ਆਪਣੇ ਲਈ ਲੱਭਣਾ ਪੈਣਾ ਸੀ। ਜੇ ਪਾਰਟੀ ਨੇ ਨਵੇਂ ਚਿਹਰੇ ਲੱਭ ਲਏ ਤਾਂ ਮੈਨੂੰ ਉੱਥੇ ਗੱਲ ਆ ਗਈ ਜਦੋਂ ਮੈਂ ਫਿਰ ਲੰਬਾ ਸਮਾਂ ਵਿਚਾਰ ਵਿਮਰਸ਼ ਕੀਤਾ ਔਰ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਔਰ ਆਮ ਆਦਮੀ ਪਾਰਟੀ ਵੱਲੋਂ ਵੀ ਆਫਰਸ ਆਈਆਂ, ਬਟ ਮੈਨੂੰ ਕਿਤੇ ਨਾ ਕਿਤੇ ਇਹ ਲੱਗਿਆ ਕਿ ਮੈਂ ਹੁਣ ਜੇ ਕਿਤੇ ਜਾਣਾ ਹੀ ਆ ਤਾਂ ਫਿਰ ਮੈਨੂੰ ਕਾਂਗਰਸ ਦੇ ਬਰਾਬਰ ਦੀ ਨਾਲੋਂ ਵੀ ਉਹਦੇ ਤੋਂ ਵੱਡੀ ਪਾਰਟੀ ਚੁਣਨੀ ਚਾਹੀਦੀ ਹੈ। ਔਰ ਮੈਨੂੰ ਉਹ ਪਾਰਟੀ ਚੁਣਨੀ ਚਾਹੀਦੀ ਹੈ ਜਿੱਥੇ ਮੇਰੀ ਸਟੇਬਿਲਿਟੀ, ਗਰੋਥ, ਮੈਂ ਆਪਣੇ ਲੋਕਾਂ ਨਾਲ, ਆਪਣੇ ਨਾਲ ਜੁੜੇ ਹੋਏ ਲੋਕਾਂ ਨਾਲ, ਆਪਣੇ ਹਲਕੇ ਦੇ ਨਾਲ ਮੈਂ ਕੋਈ ਇਨਸਾਫ ਕਰ ਸਕਾਂ, ਉਹਨਾਂ ਤੋਂ ਆਪਣੇ ਹਲਕੇ ਲਈ ਜਾਂ ਪੰਜਾਬ ਵਾਸਤੇ ਕੋਈ ਭਲੇ ਦੀ ਆਸ ਕਰ ਸਕਾਂ। ਸੋ ਸਾਰੇ ਸਾਥੀ ਡਾਕਟਰ ਸਾਹਿਬ ਤੁਸੀਂ ਬੜੀ ਸੰਖੇਪ ਦੇ ਵਿੱਚ ਆਪਦੀ ਜਿਹੜੀ ਸੁਣਾਈ, ਕਿਉਂਕਿ ਇਹ ਚੀਜ਼ ਸੁਣਨਾ ਮੰਗਦੇ ਸੀਗੇ ਤੁਹਾਡੇ ਏਰੀਏ ਔਰ ਬੜੇ ਵੈਲ ਕਨੈਕਟਡ ਨੇ, ਵੈਲ ਵਿਸ਼ਰਸ ਨੇ। ਲੱਗਦਾ ਸਾਡਾ ਰਾਬਤਾ ਜਿਹੜਾ ਕੱਟ ਗਿਆ। ਡਾਕਟਰ ਸਾਹਿਬ ਆਪਾਂ ਨੂੰ ਨਾ ਇੱਕ ਕੁਇਕ ਬ੍ਰੇਕ ਲਈ ਰੁਕਣਾ ਪੈ ਰਿਹਾ। ਆਪਾਂ ਹੁਣੇ ਜੁੜਦੇ ਹਾਂ ਦਰਸ਼ਕਾਂ ਨਾਲ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਹਰਜੋਤ ਕਮਲ ਜੀ, ਜਿਹੜੇ ਮੋਗਾ ਤੋਂ ਇਸ ਟਾਈਮ ਕੈਂਡੀਡੇਟ ਨੇ ਭਾਰਤੀ ਜਨਤਾ ਪਾਰਟੀ ਦੇ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਥੇ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣਾ ਜੁੜੇ ਹੋਏ ਨੇ ਮਾਨਯੋਗ ਡਾਕਟਰ ਹਰਜੋਤ ਕਮਲ ਜੀ, ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਮੋਗਾ ਤੋਂ। ਡਾਕਟਰ ਸਾਹਿਬ ਸਵਾਗਤ ਆਫਟਰ ਬ੍ਰੇਕ। ਡਾਕਟਰ ਸਾਹਿਬ ਲੋਕਾਂ ਦਾ ਇੱਕ ਹੋਰ ਖਦਸ਼ਾ ਜਿਹੜਾ ਤੁਹਾਡੇ ਏਰੀਏ ਦਾ ਹੀ, ਉਹ ਕਲੀਅਰ ਕਰੋ ਕਿ ਹੋਰ ਵੀ ਕੰਸਟੀਚੁਐਂਸੀਆਂ ਹੈਗੀਆਂ ਜਿੱਥੇ ਆਹ ਕੰਮ ਹੋਇਆ, ਜਿਹੜੇ ਲੋਕ ਹਾਰਡ ਵਰਕ ਕਰਦੇ ਰਹੇ ਕਾਂਗਰਸ ਲਈ, ਉਹ ਨਹੀਂ ਹੋਇਆ, ਆਪਾਂ ਉਹਨਾਂ ਨੂੰ ਛੱਡਦੇ ਨੇ। ਮੈਂ ਤੁਹਾਡੇ ਤੋਂ ਇੱਕ ਪੁੱਛਦਾ ਕਿ ਤੁਹਾਡੀ ਮੋਗਾ ਦੇ ਵਿੱਚ ਜੋਗਿੰਦਰਪਾਲ ਜੀ ਨਾਲ ਜੋ ਹੋਇਆ, ਜਾਂ ਉਸ ਤੋਂ ਬਾਅਦ ਇੱਕ ਮਾਲਤੀ ਥਾਪਰ ਜੀ ਵੀ ਪਹਿਲਾਂ ਉਹ ਵੀ ਐਕਸਪੈਕਟੇਸ਼ਨਸ ਰੱਖਦੇ ਸੀਗੇ, ਪਰ ਤੁਸੀਂ ਤਾਂ ਹਾਰਡ ਵਰਕ ਕੀਤਾ, ਰਹੇ ਵੀ MLA। ਇਹ ਕੀ ਕਾਰਨ ਹੈ ਕਿ ਮੋਗੇ ਦੇ ਵਿੱਚ ਆਹ ਸਮੀਕਰਨ ਵਾਰ-ਵਾਰ ਚੇਂਜ ਕਿਉਂ ਹੁੰਦੇ ਆ? ਜੀ ਡਾਕਟਰ ਸਾਹਿਬ। ਭਾਜੀ ਮੋਗਾ ਜਿਹੜਾ ਪੰਜਾਬ ਦੀ ਧੁਨੀ ਹੈ ਔਰ ਅੱਜ ਤੱਕ ਰੈਵੋਲੂਸ਼ਨਰੀ ਜਿੰਨੀਆਂ ਵੀ ਚੱਲੀਆਂ ਹੈਗੀਆਂ ਲਹਿਰਾਂ ਉਹ ਮੋਗੇ ਤੋਂ ਚੱਲੀਆਂ, ਚਾਹੇ ਗਦਰੀ ਬਾਬਿਆਂ ਦੀ ਲਹਿਰ ਲੈ ਲਓ, ਚਾਹੇ ਵਾਲੇ ਸਟੂਡੈਂਟਸ ਦਾ ਮਸਲਾ ਲੈ ਲਓ, ਚਾਹੇ ਤੁਸੀਂ ਨੈਕਸਲਾਈਟ ਮੂਵਮੈਂਟ ਲੈ ਲਓ, ਚਾਹੇ
ਅੱਤਵਾਦ ਪਿਛਲਾ ਰਿਹਾ ਉਹਦੇ ਵਾਲੀ ਗੱਲ ਕਰ ਲਓ, ਜਾਂ ਅੱਜ ਵੀ ਜਿੰਨੀਆਂ ਪੋਲੀਟੀਕਲ ਪਾਰਟੀਆਂ ਉਹ ਆਪਣੇ ਹਰ ਪਾਰਟੀ ਦਾ ਜਦੋਂ ਵੀ ਕੋਈ ਨਵੇਂ ਸਿਰੇ ਤੋਂ ਆਗਾਜ਼ ਕਰਦੇ ਆ ਉਹ ਰੈਲੀ ਹਮੇਸ਼ਾ ਮੋਗੇ ਤੋਂ ਹੀ ਹੁੰਦੀ ਰਹੀ ਹੈ। ਸੋ ਮੈਨੂੰ ਲੱਗਦਾ ਕਿ ਮੋਗੇ ਦੀ ਕੋਈ ਭੂਗੋਲਿਕ ਸਥਿਤੀ ਇਦਾਂ ਦੀ ਹੈ ਕਿ ਇਹ ਬੜਾ ਰੈਵੋਲੂਸ਼ਨਰੀ ਰਿਹਾ ਹੈਗਾ। ਇੱਥੇ ਦੇ ਲੋਕ ਵੀ ਬੜੇ ਮਿਹਨਤੀ ਹੈਗੇ ਔਰ ਬੜੇ ਬਦਲਾਅ ਵਾਲੀ ਨੀਤੀ ਵਾਲੇ ਲੋਕ ਹੈਗੇ ਆ, ਔਰ ਪਾਰਟੀਆਂ ਵੀ ਇਹ ਗੱਲ ਸਮਝਦੀਆਂ ਕਿ ਜਿਹੜਾ ਮੋਗਾ ਆ, ਜਿਹੜੀ ਇੱਥੋਂ ਦੀ ਕੋਈ ਗੱਲ ਹੋਣੀ ਆ, ਕੋਈ ਲਹਿਰ ਬਣਨੀ ਆ, ਉਹ ਸਾਰੇ ਪੰਜਾਬ ਦੇ ਵਿੱਚ ਔਰ ਕੁੱਲ ਦੁਨੀਆ ਤੱਕ ਉਹ ਫੈਲਦੀ ਹੈ। ਸੋ ਏਦਾਂ ਜਿਹੜੇ ਚੇਂਜਿਸ ਹੈਗੀਆਂ, ਡਾਕਟਰ ਮਾਲਤੀ ਥਾਪਰ ਜੀ ਦੀ ਜੇ ਤੁਸੀਂ ਗੱਲ ਕੀਤੀ ਹੈ, 92 ਤੋਂ 99 ਤੱਕ ਉਹ MLA ਰਹੇ, ਸਿਟਿੰਗ MLA ਕਰਕੇ ਉਹਨਾਂ ਨੂੰ ਦੁਬਾਰਾ ਟਿਕਟ ਮਿਲੀ 97 ਚ, ਪਰ ਉਹ ਕਿਸੇ ਕਾਰਨ ਉਹ ਜਿਹੜੀ ਉਹ ਲੂਜ਼ ਕਰ ਗਏ ਸੀਟ, ਤਾਂ ਉੱਥੇ ਦੂਜੇ ਨੰਬਰ ਦੇ ਉੱਤੇ ਵਿਜੇ ਸਾਥੀ ਜੀ ਆਏ। ਤਾਂ ਨੈਕਸਟ ਟਾਈਮ ਫਿਰ ਉਹ ਉਹਨਾਂ ਨੂੰ ਛੱਡ ਕੇ ਤੇ ਵਿਜੇ ਸਾਥੀ ਜੀ ਨੂੰ ਟਿਕਟ ਦਿੱਤੀ। ਉਹ ਵੀ ਹਾਰ ਤੋਂ ਬਾਅਦ ਜੋਗਿੰਦਰਪਾਲ ਜੈਨ ਜੀ ਨੂੰ ਟਿਕਟ ਦਿੱਤੀ, ਪਰ ਸਰਕਾਰ ਅਕਾਲੀ ਦਲ ਦੀ ਬਣ ਗਈ ਤੇ ਉਹਨਾਂ ਨਾਲ ਇੰਨਾ ਕੁ ਜ਼ਿਆਦਾ ਤਸ਼ੱਦਦ ਹੋਇਆ ਕਿ ਉਹਨਾਂ ਨੂੰ ਕਈ ਮਹੀਨੇ ਜੇਲ੍ਹ ਵੀ ਰੱਖਿਆ, ਮੇਰੇ 58 ਦਿਨ ਸ਼ਾਇਦ। ਤੇ ਹਾਲਤ ਏਦਾਂ ਦੀ ਸੀ, ਸਰਕਾਰ ਵਿਰੋਧੀ ਕਰਕੇ ਉਹਨਾਂ ਦੀ ਬੜੀ ਬੁਰੀ ਹਾਲਤ ਰਹੀ। ਉਸ ਤੋਂ ਬਾਅਦ ਉਹ ਨੈਕਸਟ ਟਾਈਮ ਫੇਰ ਜਿੱਤ ਗਏ, ਪਰ ਉਦੋਂ ਨੂੰ ਜਿਹੜੇ ਦੂਜੀ ਪਾਰਟੀ ਸੀਗੀ ਉਹ ਫੇਰ ਸੱਤਾ ਚ ਆ ਗਈ, ਔਰ ਜਿਹੜੇ ਇੱਥੋਂ ਦੇ ਵੱਡੇ ਲੀਡਰ ਸੀਗੇ ਉਹ ਗੁਆਂਢੀ ਹਲਕੇ ਤੋਂ ਮੰਤਰੀ ਬਣ ਗਏ, ਔਰ ਫਿਰ ਜੈਨ ਸਾਹਿਬ ਨਾਲ ਉਵੇਂ ਹੀ ਹੋਇਆ। ਉਹਨਾਂ ਨੂੰ ਬਾਂਹ ਮਰੋੜ ਕੇ ਤਾਂ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਕਰ ਲਿਆ ਗਿਆ, ਔਰ ਮੋਗਾ ਬਾਈ ਇਲੈਕਸ਼ਨ ਹੋਈ ਹੈ, ਕਾਂਗਰਸ 18,000 ਵੋਟ ਨਾਲ ਪਿੱਛੇ ਰਹੀ ਹੈ, ਔਰ ਉਹਦੇ ਤੋਂ ਮੇਰੀ ਮਿਹਨਤ ਜਿਹੜੀ ਆ ਉਹ ਰੰਗ ਲਿਆਈ। ਮੈਂ ਦੀ ਹਾਰੀ ਹੋਈ ਸੀਟ ਔਰ 20 ਸਾਲ ਦਾ ਜਿਹੜਾ ਮੋਗੇ ਦਾ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਜਿਹੜਾ ਪਰਚਮ ਲਹਿਰਾਉਂਦਾ ਰਿਹਾ ਆ, ਇੱਥੇ ਝੰਡੀ ਰਹੀ ਉਹਨਾਂ ਦੀ, ਉਹਨੂੰ ਮੈਂ ਤੋੜ ਕੇ ਤੇ ਮੈਂ ਮੁੜ ਕੇ 2017 ਦੇ ਵਿੱਚ ਕਾਂਗਰਸ ਦਾ ਜਿਹੜਾ ਝੰਡਾ ਇੱਥੇ ਬੁਲੰਦ ਕੀਤਾ। 5 ਸਾਲ ਲੋਕਾਂ ਨਾਲ ਇਸੇ ਤਰੀਕੇ ਨਾਲ ਜੀ। ਦਰਸ਼ਕੋ, ਲੱਗਦਾ ਸਾਡਾ ਜਿਹੜਾ ਕੰਟੈਕਟ ਜਿਹੜਾ ਹੈਗਾ ਡਾਕਟਰ ਸਾਹਿਬ ਨਾਲ ਟੁੱਟ ਗਿਆ। ਅਸੀਂ ਟਰਾਈ ਕਰਦੇ ਹਾਂ ਦੁਬਾਰਾ ਉਹਨਾਂ ਨੂੰ ਕੰਟੈਕਟ ਵਿੱਚ ਲਿਆਉਣ ਦੀ। ਤੇ ਦਰਸ਼ਕੋ, ਇਹ ਜਿਹੜੀ ਮੋਗਾ ਸੀਟ ਦੀ ਮੈਂ ਗੱਲ ਕਰਦਾ, ਮੈਂ ਤੁਹਾਨੂੰ ਵਾਰ-ਵਾਰ ਇਹ ਟਰਾਈ ਕਰਦਾ ਹੁੰਦਾ ਕਿ ਕਈ ਸੀਟਾਂ ਜਿਹੜੀਆਂ, ਜਿੱਦਾਂ ਹੁਣ ਆਪਾਂ ਹਾਰਟ ਸੀਟ ਦੀ ਗੱਲ ਕਰ ਲਈਏ ਤਾਂ ਜੀ ਅੰਮ੍ਰਿਤਸਰ ਈਸਟ ਜਿਹੜੀ ਬਣੀ ਹੋਈ ਆ, ਉਹਦੇ ਵਿੱਚ ਤਾਂ ਕੀ ਹੈਗਾ ਕਿ ਜਿਹੜੇ ਮਜੀਠੀਆ ਸਾਹਿਬ ਹੈਗੇ ਆ ਉਹ ਜਿਹੜੇ ਆਪਦੀ ਜਿਹੜੀ ਹੈਗੀ ਹੈ ਉਹ ਕੰਸਟੀਚੁਐਂਸੀ ਛੱਡ ਕੇ ਉਹ ਉੱਥੇ ਆਏ ਆ। ਅਤੇ ਜੇ ਆਪਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ, ਓਰੀਜਨਲੀ ਉਹ ਵੀ ਪਟਿਆਲੇ ਨਾਲ ਬਿਲੋਂਗ ਕਰਦੇ ਹੈ। ਅਤੇ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਪਟਿਆਲਾ ਸੀਟ ਦੀ, ਆਪਣੇ ਮੋਗਾ ਸੀਟ ਦੀ, ਉਹਦੇ ਵਿੱਚ ਡਾਕਟਰ ਹਰਜੋਤ ਕਮਲ ਜੀ ਫੇਰ ਲੱਗਦਾ ਸਾਡੇ ਨਾਲ ਦੁਬਾਰਾ ਜੁੜ ਗਏ ਹੈ। ਕੋਸ਼ਿਸ਼ ਕਰਦੇ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਦੁਬਾਰਾ। ਅਤੇ ਦਰਸ਼ਕੋ, ਆਪਾਂ ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ। ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਨਾਲ ਦੁਬਾਰਾ ਜੁੜਨ ਦੀ। ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਡਾਕਟਰ ਹਰਜੋਤ ਕਮਲ ਜੀ ਜਿਹੜੇ ਮੋਗਾ ਤੋਂ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ, ਸਾਡੇ ਨਾਲ ਰਾਬਤਾ ਕੱਟਿਆ ਗਿਆ ਸੀ, ਫਿਰ ਜੁੜ ਗਏ ਨੇ। ਡਾਕਟਰ ਸਾਹਿਬ ਸਵਾਗਤ। ਆਪਾਂ ਲਾਸਟ ਸੈਗਮੈਂਟ 'ਚ ਹੀ ਹਾਂ, ਹੁਣ ਆਪਾਂ ਕੋਸ਼ਿਸ਼ ਕਰਾਂਗੇ ਸਾਰੀ ਗੱਲਾਂ ਕਵਰ ਕਰਨ ਦੀਆਂ। ਤੁਸੀਂ ਸੰਖੇਪ ਦੱਸਿਆ ਵੀ ਉਸ ਸੀਟ ਬਾਰੇ ਕੀ ਹੋਇਆ, ਪਰ ਆਪਾਂ ਅੱਗੇ ਚੱਲਦੇ ਹਾਂ। ਕਿਤੇ ਨਾ ਕਿਤੇ ਤੁਹਾਨੂੰ ਕੋਈ ਇਨਸਿਕਿਉਰਿਟੀ ਲੱਗ ਰਹੀ ਹੈ ਇਸ ਟਾਈਮ ਦੋ ਚੀਜ਼ਾਂ ਤੋਂ। ਇੱਕ, ਆਮ ਆਦਮੀ ਪਾਰਟੀ ਖਾਸ ਕਰਕੇ ਜਦੋਂ ਦਾ ਭਗਵੰਤ ਮਾਨ CM ਕੈਂਡੀਡੇਟ ਉਹਨਾਂ ਨੇ ਅਨਾਊਂਸ ਕੀਤਾ ਹੈ, ਕਿਉਂਕਿ ਮਾਲਵਾ ਬੈਲਟ ਦੇ ਵਿੱਚ ਉਹ ਪਕੜ ਚੰਗੀ ਰੱਖਦੇ ਆ। ਅਤੇ ਦੂਸਰਾ ਜਿਹੜਾ ਸੋਨੂ ਸੂਦ ਦੀ ਜਿਹੜੇ ਭੈਣ ਜੀ ਸਾਹਿਬਾਂ ਆ, ਉਹ ਚਲੋ ਇੱਕ ਸੈਲੈਬ੍ਰਿਟੀ ਦੀ ਭੈਣ ਆ, ਮਾਣਯੋਗ ਨੇ। ਤੁਹਾਨੂੰ ਕਿਤੇ ਨਾ ਕਿਤੇ ਕੋਈ ਇਨਸਿਕਿਉਰਿਟੀ ਲੱਗ ਰਹੀ ਹੈ ਇਸ ਟਾਈਮ ਇਹਨਾਂ ਦੋ ਚੀਜ਼ਾਂ ਤੋਂ? ਭਾਜੀ ਏਦਾਂ ਹੈਗੇ ਕਿ ਇਹ ਸਾਰੇ ਮੁਕੱਦਰਾਂ ਦੇ ਔਰ ਇਹ ਜਿਹਦਾ ਕਿ ਇਹ ਪ੍ਰੀ ਡੈਸਟੀਨੀ ਹੈ, ਸਾਰਾ ਕੁਝ ਪਹਿਲਾਂ ਹੀ ਲਿਖਿਆ ਪਿਆ ਹੁੰਦਾ। ਸੋ ਜਿੱਥੇ ਤੁਸੀਂ ਇਹਨਾਂ ਦੀ ਗੱਲ ਕਰਦੇ ਹੋ, ਸੈਲੀਬ੍ਰਿਟੀਜ਼ ਬੜੀਆਂ ਏਦਾਂ ਦੀਆਂ ਵੀ ਆਈਆਂ ਜਿਨ੍ਹਾਂ ਨੇ ਜਿਨ੍ਹਾਂ ਦੀ ਨੇਰੀ ਸੀ। ਚਾਹੇ ਮਾਲਵੇ ਦੇ ਵਿੱਚ ਕੁਲਦੀਪ ਮਾਨਕ ਜੀ ਖੜੇ, ਇੱਕ ਵਾਰੀ ਆਪਣੇ
ਹਰਭਜਨ ਮਾਨ ਜੀ ਨੂੰ ਵੀ ਸ਼ਿਕਸਤ ਖਾਣੀ ਪਈ ਔਰ ਇੱਕ ਵਾਰੀ ਮੁਹੰਮਦ ਸਦੀਕ ਜੀ ਨੂੰ ਵੀ ਖਾਣੀ ਪਈ। ਤੋ ਲੋਕ ਜਿਹੜੇ ਆ ਉਹ ਬੜੇ ਅਵੇਅਰ ਹੈਗੇ ਆ, ਜਿੰਨੀਆਂ ਸੈਲੀਬ੍ਰਿਟੀਜ਼ ਆ ਉਹ ਆਉਂਦੇ ਆ ਔਰ ਆ ਕੇ ਇੱਥੋਂ ਆਪਦਾ ਲੜਾਈ ਲੜਦੇ ਆ, ਜਿੱਤਣ ਜਾਂ ਹਾਰਨ। ਉਹਦੇ ਤੋਂ ਬਾਅਦ ਉਹ ਕਦੇ ਹਲਕੇ ਦੇ ਵੱਲ ਦੇਖਦੇ ਵੀ ਨਹੀਂ। ਤੋ ਮੇਰੇ ਮੋਗੇ ਦੇ ਲੋਕਾਂ ਨੇ, ਤੁਸੀਂ ਵੀ ਇਹ ਗੱਲ ਐਕਸੈਪਟ ਕੀਤੀ ਹੈ ਕਿ ਲੋਕ ਇਹ ਗੱਲ ਕਹਿੰਦੇ ਆ ਕਿ ਹਰਜੋਤ ਕਮਲ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਥਿਕ ਐਂਡ ਥਿਨਸ ਦੇ ਵਿੱਚ ਖੜਾ ਰਿਹਾ ਔਰ ਹਮੇਸ਼ਾ ਮਿਲ ਔਰ ਹਮੇਸ਼ਾ ਮੈਂ ਪਿਆਰ ਹੀ ਵੰਡਿਆ, ਪਿਆਰ ਤੇ ਸਤਿਕਾਰ ਹੀ। ਸੋ ਕੰਮ ਵੀ ਕੀਤਾ। ਸੋ ਲੋਕ ਇਸ ਗੱਲ ਨੂੰ ਰਿਕੋਗਨਾਈਜ਼ ਕਰਦੇ ਆ। ਜਿੱਥੇ ਦੂਜੇ ਪਾਸੇ ਤੁਸੀਂ ਗੱਲ ਕੀਤੀ ਹੈ, ਉਹ ਕਿਤੇ ਨਾ ਕਿਤੇ ਤੁਸੀਂ ਲੋਕ ਇਹ ਵੀ ਗੱਲ ਮੰਨਦੇ ਆ ਕਿ ਸੋਨੂ ਸੂਦ ਜੀ ਜਾਂ ਉਹਨਾਂ ਦੀ ਭੈਣ ਇਸ ਇਲੈਕਸ਼ਨ ਤੋਂ ਪਹਿਲਾਂ ਕਦੇ ਵੀ ਮੋਗੇ 'ਚ ਨਜ਼ਰ ਨਹੀਂ ਆਏ। ਹਰਜੋਤ ਨੇ ਤਾਂ ਕਰੋਨੇ ਦੇ ਦਿਨਾਂ 'ਚ ਵੀ ਲੋਕਾਂ 'ਚ ਫਿਰਦਿਆਂ 4 ਵੈਂਟੀਲੇਟਰ ਲੈ ਕੇ ਦਿੱਤੇ, ਮੋਨੀਟਰਸ ਲੈ ਕੇ ਦਿੱਤੇ ਔਰ ਆਕਸੀਜਨ ਕੰਸੈਂਟ ਬੈਂਕ ਪਹਿਲਾ ਪੰਜਾਬ ਦਾ ਮੈਂ ਕੋਲੋਂ ਪੈਸੇ ਲਾ ਕੇ ਕੰਸੈਂਟਰੇਟਰਸ ਲੈ ਕੇ ਸਥਾਪਿਤ ਕੀਤਾ। ਔਰ ਕਰੋਨਾ ਹੋ ਗਏ ਤੋਂ ਬਾਅਦ ਪੰਜਾਬ ਦਾ ਇੱਕੋ ਇੱਕ MLA ਜਿਹਨੇ ਆਪਦਾ ਪਲਾਜ਼ਮਾ ਡੋਨੇਟ ਕਰਕੇ 5 ਬੰਦਿਆਂ ਦੀ ਜਾਨ ਵੀ ਬਚਾਈ ਹੈ। ਸੋ ਇਹ ਗੱਲ ਲੋਕ ਸਮਝਦੇ ਆ ਕਿ ਰੀਅਲ ਹੀਰੋ ਕੌਣ ਆ ਤੇ ਰੀਲ ਦਾ ਹੀਰੋ ਕੌਣ ਹੈਗਾ। ਸੋ ਜਿੱਥੇ ਗੱਲ ਕੀਤੀ ਆ ਭਗਵੰਤ ਮਾਨ ਜੀ ਦੀ, ਉਹਨਾਂ ਦੇ ਜਿੰਨੇ ਤਾਂ ਲੋਕ ਸਿਰਫ ਫੇਸਬੁੱਕ ਵਾਲੇ ਔਰ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਜਾਂ ਇਕੱਲੇ ਇਸ ਤਰੀਕੇ ਵਾਲੇ ਆ, ਉਹ ਲੋਕ ਤਾਂ ਸਮਝਦੇ ਹੋਣਗੇ ਕਿ ਭਗਵੰਤ ਮਾਨ ਜੀ ਆ ਗਏ ਜੀ, ਉਹ ਬਹੁਤ ਵੱਡਾ ਚਿਹਰਾ। ਹੀ ਇਜ਼ ਅ ਗੁੱਡ ਕਮੇਡੀਅਨ, ਹੀ ਇਜ਼ ਅ ਪ੍ਰਾਊਡ ਪੁਲਰ, ਬਟ ਆਈ ਡੋਂਟ ਹੀ ਵੁੱਡ ਬੀ ਏ ਐਸੈਟ ਫॉर ਪੰਜਾਬ। ਔਰ ਉਹ ਕੋਈ ਚੰਗੇ ਐਡਮਿਨਿਸਟ੍ਰੇਟਰ ਨਾ ਹੈਗੇ ਆ ਤੇ ਨਾ ਉਹ ਸਾਬਤ ਹੋਣਗੇ। ਸੋ ਪੰਜਾਬੀ ਕਿਤੇ ਨਾ ਕਿਤੇ ਇਸ ਗੱਲ ਵੱਲ ਧਿਆਨ ਦੇਣਾ ਪੈਣਾ ਕਿ ਜਿੰਨੇ ਬੁੱਧੀਜੀਵੀ ਆ, ਜਿੰਨੇ ਸਿਆਣੇ ਲੋਕ ਆ, ਅੱਜ ਉਹ ਇਹ ਗੱਲ ਕਹਿੰਦੇ ਆ ਕਿ ਭਗਵੰਤ ਮਾਨ ਜੀ ਦੀ ਜਗ੍ਹਾ ਆਮ ਆਦਮੀ ਪਾਰਟੀ ਜੇ ਕਿਸੇ ਸੰਜੀਦਾ ਬੰਦੇ ਨੂੰ, ਜਿਹੜਾ ਕੋਈ ਗੁੱਡ ਐਡਮਿਨਿਸਟ੍ਰੇਟਰ ਹੁੰਦਾ, ਉਹਨੂੰ ਅੱਗੇ ਲਿਆਉਂਦੇ ਤਾਂ ਫਿਰ ਜਿਹੜੀ ਉਹਨਾਂ ਦੀ ਇੱਕ ਸੋਚ ਹੈਗੀ ਆ, ਹਾਲਾਂਕਿ ਪਿਛਲੀ ਵਾਰੀ ਵੀ ਉਹ ਸੋਚਦੇ ਸੀਗੇ ਕਿ ਅਸੀਂ 100 ਸੀਟਾਂ ਲੈ ਕੇ ਜਾਣੀਆਂ ਤੇ 22 ਕਾਈਆਂ ਚੋਂ ਵੀ 35 ਸੱਟੇ 4-5 ਐ ਨੂੰ ਨਿਕਲ ਗਏ, 3-4 ਹੋਰ ਨਿਕਲ ਗਏ, 10-12 ਹੀ ਬੰਦੇ ਰਹਿ ਗਏ ਸੀਗੇ। ਸੋ ਲੋਕਾਂ ਦੇ ਵਿੱਚ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆਮ ਆਦਮੀ ਪਾਰਟੀ ਦੀ ਚੜ੍ਹਾਈ ਹੈਗੀ ਹੈ, ਪਰ ਤੁਸੀਂ ਵਿਦੇਸ਼ਾਂ 'ਚ ਬੈਠੇ ਲੋਕ ਜਾਣਦੇ ਹੋ ਕਿ ਜਿਵੇਂ ਪਿਛਲੀ ਵਾਰੀ ਲੋਕਾਂ ਨੇ ਜਹਾਜ਼ ਭਰ ਕੇ ਇੱਥੇ ਆਏ, ਕਰੋੜਾਂ ਰੁਪਏ ਫੰਡ ਉਹਨਾਂ ਨੂੰ ਦਿੱਤਾ, ਅੱਜ ਉਹ ਵਿਦੇਸ਼ਾਂ ਦੇ ਵਿੱਚ ਉਹ ਵੀ ਨਜ਼ਰ ਨਹੀਂ ਆਉਂਦੀ ਆਮ ਆਦਮੀ ਪਾਰਟੀ ਦੀ। ਚੰਦ ਬੰਦੇ ਜਿਹੜੇ ਸੋਸ਼ਲ ਮੀਡੀਆ ਵਾਲੇ ਆ ਜਾਂ ਜਿਹੜੇ ਇਸ ਤਰੀਕੇ ਦੀ ਗੱਲ ਸੋਚਣ ਵਾਲੇ ਆ, ਉਹ ਜੁੜੇ ਹੋਏ ਆ, ਪਰ ਜਿਹੜੇ ਸੰਜੀਦਾ ਲੋਕ ਆ ਉਹ ਕਿਤੇ ਨਾ ਕਿਤੇ ਠੱਗਿਆ ਵੀ ਮਹਿਸੂਸ ਕਰਦੇ ਆ। ਔਰ ਦੂਜੀ ਗੱਲ, ਕੇਜਰੀਵਾਲ ਸਾਹਿਬ ਦਿੱਲੀ ਤੋਂ ਆਉਂਦੇ ਆ, ਕੇਜਰੀਵਾਲ ਨੰਬਰ 1, ਕੇਜਰੀਵਾਲ ਦੀ ਗਰੰਟੀ ਨੰਬਰ 2, ਉੱਥੋਂ ਉਹ ਆਉਂਦੇ ਆ ਗਰੰਟੀਆਂ ਦੇ ਕੇ ਦਿੱਲੀ ਨੂੰ ਜਹਾਜ਼ ਚੜ ਜਾਂਦੇ ਆ। ਸੋ ਕਿਤੇ ਨਾ ਲੋਕ ਇਹ ਵੀ ਮਹਿਸੂਸ ਕਰਦੇ ਆ ਕਿ ਇਹ ਗਰੰਟੀਆਂ, ਇਹ ਜਿਹੜੇ ਚੋਣ ਸਟੰਟ ਹੈਗੇ ਆ, ਉਹ ਅਸੀਂ ਪੂਰੇ ਕਰਾਉਣ ਕਿਤੇ ਦਿੱਲੀ ਜਾ ਕੇ ਫਿਰ ਬਾਰਡਰਾਂ ਤੇ ਧਰਨੇ ਲਾਵਾਂਗੇ। ਸੋ ਪੰਜਾਬ ਦੇ ਵਿੱਚ ਕੋਈ ਜਿਹੜੀ ਲਹਿਰ ਹੈਗੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਹੈਗੀ ਆ, ਪਰ ਸੰਜੀਦਾ ਲੋਕ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦਾ ਪੰਜਾਬ ਤਰੱਕੀ ਕਰੇ, ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੀਆਂ ਇਸ ਵੇਲੇ ਤਿੰਨ ਹੀ ਮੁੱਖ ਜਿਹੜੀਆਂ ਲੋੜਾਂ ਹੈਗੀਆਂ। ਇੱਕ ਤਾਂ ਕੰਟਰੋਲ ਕਰਨ ਵਾਲੀ ਗੱਲ ਹੈਗੀ ਆ, ਇਨਸਿਕਿਉਰਿਟੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਹੈਗੀ ਆ ਲਾਅ ਐਂਡ ਆਰਡਰ ਨੂੰ ਲੈ ਕੇ, ਉਹ ਵੀ ਜਿੱਦਾਂ ਕਿ ਕੋਈ ਫਰਮ ਪਾਰਟੀ ਜਿਹੜੀ ਉਹੀ ਇਹਨੂੰ ਪੰਜਾਬ ਨੂੰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਸਕਦੀ। ਦੂਜੀ ਇੱਥੇ ਡਰੱਗ ਹੈ, ਮੈਂ ਆ ਰਿਹਾ ਜੀ ਇੱਥੇ ਬੇਰ ਜੀ ਡਾਕਟਰ ਸਾਹਿਬ ਮੈਂ ਡਰੱਗ ਤੇ ਪਾਣੀ ਦਾ ਲੈਵਲ ਤੇ ਬੱਚਿਆਂ ਦੀ ਜਿਹੜੀ ਪ੍ਰਵਾਸ ਦੀ ਭਾਵਨਾ ਉੱਤੇ ਮੈਂ ਆ ਰਿਹਾ, ਪਰ ਮੈਨੂੰ ਇਹ ਦੱਸੋ ਕਿ ਤੁਹਾਡੀ ਪੁਰਾਣੀ ਪਾਰਟੀ ਦੇ ਵਿੱਚ 2 ਵੱਡੇ ਕੁਐਸਚਨ ਖੜੇ ਹੋ ਰਹੇ ਆ। ਇੱਕ ਤਾਂ ਜਿਹੜਾ ਉਹਨਾਂ ਨੇ CM ਚਿਹਰਾ ਅਨਾਉਂਸ ਕੀਤਾ ਚੰਨੀ ਸਾਹਿਬ, ਤੇ ਦੂਸਰਾ ਜਿਹੜੀ ਧੜੇਬੰਦੀ ਨਜ਼ਰ ਆ ਰਹੀ ਲੋਕਾਂ ਨੂੰ ਚਿੱਟੇ ਦਾ ਨਜ਼ਰ ਆ ਰਹੀ ਹੈ, ਉਹ ਸਭ ਚੱਲਦੇ ਤੁਹਾਨੂੰ ਲੱਗਦਾ ਕਿ ਉਹ ਆਪਦੀ ਕਿਤੇ ਨਾ ਕਿਤੇ ਪੈਰ ਧਰਾਵਾ ਕਰ ਸਕਣਗੇ? ਦੇਖੋ, ਜਿਸ ਤਰੀਕੇ ਨਾਲ ਚੰਨੀ ਸਾਹਿਬ ਦੇ ਆਉਣ ਤੋਂ ਬਾਅਦ ਪਾਰਟੀ ਦਾ ਗ੍ਰਾਫ ਵਧਿਆ ਸੀਗਾ, ਅੱਜ ਲੋਕ ਠੱਗਿਆ ਮਹਿਸੂਸ ਕਰਨ ਲੱਗ ਪਿਆ, ਕਿਉਂਕਿ ਸੂਰਜੇਵਾਲ ਸਾਹਿਬ ਨੇ ਪਿੱਛੇ ਜੇ ਬਿਆਨ ਦਿੱਤਾ ਕਿ ਸਾਡਾ ਚਿਹਰਾ ਜਿਹੜਾ CM ਦਾ ਹੋਊਗਾ ਉਹ ਨਵਜੋਤ ਸਿੱਧੂ ਹੋਊਗਾ ਜਾਂ ਚੰਨੀ ਹੋਊਗਾ, ਨੀਲ ਜਾਖੜ ਹੋਣਗੇ। ਤਾਂ ਲੋਕਾਂ ਨੂੰ ਲੱਗਿਆ ਬੇਵਕੂਫ ਬਣਾਉਣੇ ਪਏ ਆ, ਇੱਕ ਦਲਿਤਾਂ ਦੇ ਲੀਡਰ ਨੂੰ ਉਭਾਰ ਰਹੇ ਆ, ਇੱਕ ਤੁਸੀਂ ਇੱਕ ਲੀਡਰ ਨੂੰ ਉਭਾਰ ਰਹੇ ਆ।
ਔਰ ਤੀਜਾ ਤੁਸੀਂ ਹਿੰਦੂਆਂ ਨੂੰ। ਇਹ ਤੁਸੀਂ ਤਿੰਨ ਧਿਰਾਂ ਨੂੰ ਨਾਲ ਜੋੜਨ ਵਾਸਤੇ ਤਿੰਨ ਮੁੱਖ ਮੰਤਰੀ ਹੋ ਨਹੀਂ ਸਕਦੇ। ਸੋ ਉੱਥੇ ਹੀਰ ਤੇ ਸੀਐਮ ਤੇਰੇ ਵਾਸਤੇ ਚੰਨੀ ਜੀ ਦੇ ਨਾਂ ਤੇ ਮੋਹਰ ਲਾਈ ਹੈ। ਪਰ ਅੱਜ ਮੈਂ ਪੰਜਾਬ ਦਾ ਹਰ ਬੰਦਾ ਇੱਕੋ ਹੀ ਗੱਲ ਸਮਝਦਾ ਕਿ ਇਸ ਪਾਰਟੀ ਦੀ ਜਿਹੜੀ ਆਪਣੀ ਕਾਟੋ ਕਲੇਸ਼ ਹੈ ਉਹ ਇੰਨਾ ਵੱਧ। ਈਵਨ ਸੁਨੀਲ ਜਾਖੜ ਜਿਹੜੇ ਪਾਰਟੀ ਦੇ ਬੜੇ ਸੰਜੀਦਾ ਲੀਡਰ ਹੈਗੇ ਨੇ, ਉਹਨਾਂ ਕੱਲ ਪਰਸੋਂ ਜਿਹੜਾ ਉਹਨਾਂ ਨੇ ਇੰਟਰਵਿਊ ਦੇ ਵਿੱਚ ਇੱਕ ਟੀਵੀ ਤੇ ਦਿੱਤਾ ਕਿ ਕਾਂਗਰਸ ਪਾਰਟੀ ਦੇ ਨਾਲ ਅਸੀਂ ਜੁੜੇ ਹੋਏ ਸੀ ਇਸ ਕਰਕੇ ਕਿ ਇਹ ਪਾਰਟੀ ਲਿਬਰਲ ਸੋਚ ਵਾਲੀ ਸੀ, ਡੈਮੋਕ੍ਰੈਟਿਕ ਸੋਚ ਵਾਲੀ ਸੀ, ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰਿਆਂ ਦੀ ਸਾਂਝੀ ਪਾਰਟੀ ਸੀ। ਪਰ ਕਾਂਗਰਸ ਦੇ ਵਿੱਚ ਵੀ ਜੇ ਇਹ ਗੱਲ ਕਹੀ ਗਈ ਹੋਵੇ ਕਿ ਇੱਥੇ ਹਿੰਦੂ ਜਿਹੜਾ ਮੁੱਖ ਮੰਤਰੀ ਨਹੀਂ ਬਣ ਸਕਦਾ, ਅਸੀਂ ਸਿੱਖ ਚਿਹਰੇ ਨੂੰ ਹੀ ਮੋਹਰੇ ਲਿਆਉਣਾ, ਤੇ ਉਹਨਾਂ ਨੇ ਬੀਇੰਗ ਹਿੰਦੂ ਠੱਗਿਆ ਮਹਿਸੂਸ ਕਰਦਾ ਕਿ ਇੰਨੇ ਸਾਲ ਮੇਰੇ ਪਿਓ ਨੇ ਮੈਂ ਇਸ ਪਾਰਟੀ ਦੀ ਸੇਵਾ ਕੀਤੀ ਔਰ ਅੱਜ ਮੈਨੂੰ ਹਿੰਦੂ ਹੋਣ ਕਰਕੇ ਤੁਸੀਂ ਨਕਾਰ ਦਿੱਤਾ। ਤੇ ਇਹ ਪਾਸੇ ਜਿਹੜਾ ਚੰਨੀ ਸਾਹਿਬ ਦਾ ਔਰ ਸਿੱਧੂ ਸਾਹਿਬ ਦਾ ਆਪਸੀ ਕਲੇਸ਼ ਆ ਉਹ ਵੀ ਜੱਗ ਜਾ ਰਿਹਾ। ਔਰ ਜਿਸ ਤਰੀਕੇ ਪਾਰਟੀ ਦੇ ਵਿੱਚੋਂ ਬਹੁਤ ਪੁਰਾਣੇ ਬੰਦਿਆਂ ਨੂੰ, ਮਿਹਨਤੀ ਬੰਦਿਆਂ ਨੂੰ ਪਾਸੇ ਕਰ ਦਿੱਤਾ ਗਿਆ ਔਰ ਅੱਜ ਬਗਾਵਤ ਸੁਰਾਂ ਹੈਗੀਆਂ। ਇਹੀ ਹਾਲ 2012 ਚ ਹੋਇਆ ਸੀ, ਇੱਕ ਦੂਜੇ ਨੂੰ ਹਰਾਉਣ ਲੱਗ ਪਏ ਤੇ ਸਰਕਾਰ ਬਣਦੀ ਕਾਂਗਰਸ ਦੀ ਰਹਿ ਗਈ ਸੀ। ਸਾਰਿਆਂ ਚ ਦੂਜੇ ਨੂੰ ਜਿਤਾਉਣ ਲਈ ਜੁਟੇ, 77 ਐਮਐਲਏਆਂ ਦੇ ਨਾਲ ਸਰਕਾਰ ਬਣਾ ਲਈ। ਅੱਜ ਇਸ ਪਾਰਟੀ ਹੋਰ ਮੇਰੇ ਵਰਗੇ ਸਾਥੀਆਂ ਦੀ ਕੀ ਗੱਲ ਕਰਾਂ ਮੈਂ, ਦਮ ਕਿਤੇ ਅਮਰੀਕ ਸਿੰਘ ਢਿੱਲੋਂ, ਕਿਤੇ ਬੜੇ ਹੋਰ ਬੜੇ ਲੋਕ ਨੇ ਜਿਹੜੇ ਪਾਰਟੀ ਨੇ ਨਾਰਾਜ਼ ਕਰਕੇ ਪਾਸੇ ਸਿੱਟੇ ਹੈਗੇ। ਮਹਿੰਦਰ ਸਿੰਘ ਕੇਪੀ ਲਾ ਲਓ ਤੁਸੀਂ ਆਪਦੇ, ਹਾਂਜੀ ਬੜੇ ਸੀਨੀਅਰ ਸੀਗੇ ਉਹ, ਚਲੋ ਉਹਨਾਂ ਦੀ ਮਜਬੂਰੀ ਡਾਕਟਰ ਸਾਹਿਬ, ਪਰ ਜੀ ਖੜੇ ਆ ਭੰਡਾਰ ਸਾਹਿਬ। ਤਾਂ ਇੱਕ ਇਹ ਗੱਲ ਦੇਖੋ ਕਿ ਜਿਹੜਾ ਪਾਰਟੀ ਦਾ ਇਸ ਵੇਲੇ ਇਹਨਾਂ ਨੇ ਸੀਐਮ ਚਿਹਰਾ ਅਨਾਉਂਸ ਕੀਤਾ ਚਰਨਜੀਤ ਚੰਨੀ ਜੀ, ਉਹਨਾਂ ਦਾ ਇੱਕ ਭਰਾ ਤਾਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਔਰ ਦੂਸਰਾ ਉਹਨਾਂ ਦਾ ਬਸੀ ਪਠਾਣਾ ਤੋਂ ਇਹਨਾਂ ਦੀ ਕਾਂਗਰਸ ਦੇ ਕੈਂਡੀਡੇਟ ਦੇ ਅਗੇਂਸਟ ਆਜ਼ਾਦ ਚੋਣ ਲੜ ਰਿਹਾ। ਫਿਰ ਜਿਸ ਪਾਰਟੀ ਦਾ ਏਡਾ ਵੱਡਾ ਚਿਹਰਾ, ਮੁੱਖ ਮੰਤਰੀ ਦਾ ਚਿਹਰਾ ਜਿਹੜਾ ਐਲਾਨ ਕੀਤਾ, ਜੇ ਉਹਦੇ ਘਰ ਦੇ ਵਿੱਚ ਹੀ ਇਹ ਕਲੇਸ਼ ਹੋਵੇ ਤਾਂ ਫਿਰ ਉਸ ਪਾਰਟੀ ਦੇ ਜਿਸ ਵੀ ਘਰ ਦੇ ਵਿੱਚ ਕਲੇਸ਼ ਪੈ ਜੇ ਉਹ ਕਦੀ ਘਰ ਤਰੱਕੀ ਨਹੀਂ ਕਰਦਾ, ਉਹ ਦਿਨ ਬਰ ਦਿਨ ਡੁੱਬਦਾ ਹੀ ਹੁੰਦਾ। ਜੀ ਡਾਕਟਰ ਸਾਹਿਬ, ਸਾਡੇ ਵੱਲੋਂ ਸ਼ੁਭ ਕਾਮਨਾਵਾਂ ਨੇ। ਤੁਸੀਂ ਹਾਰਡ ਵਰਕ ਕਰ ਰਹੇ ਹੋ, ਪਾਰਟੀ ਵੀ ਮੰਨ ਲਓ ਤੁਸੀਂ ਗਵਰਨਮੈਂਟ ਫਾਰਮ ਕਰਦੇ ਹੋ, ਤੁਹਾਡੀ ਸੈਂਟਰ ਦੇ ਵਿੱਚ ਵੀ ਉਹੀ ਪਾਰਟੀ ਦੀ ਗਵਰਨਮੈਂਟ ਹੈ। ਜਿਹੜੀਆਂ ਐਕਸਪੈਕਟੇਸ਼ਨਸ ਨੇ ਇੱਥੇ NRIs ਦੀਆਂ, ਕਿਉਂਕਿ ਸਾਰੇ ਪੰਜਾਬ ਦੇ ਪ੍ਰਤੀ ਆਪ ਦਾ ਪੂਰਾ ਪਿਆਰ ਤੇ ਦੁੱਖ ਵੀ ਫੀਲ ਕਰਦੀਆਂ ਜਦੋਂ ਛੋਟੇ ਬੱਚੇ, ਆਪਣੀਆਂ ਧੀਆਂ ਜਾਂ ਬੱਚੇ ਉਹ ਸੂਈ ਹੱਥ 'ਚ ਜਾਂ ਬਾਂਹ 'ਚ ਹੁੰਦੀ ਹੈ ਤੇ ਉਹ ਦੁਨੀਆ ਛੱਡ ਕੇ ਚਲੇ ਜਾਂਦੇ ਆ। ਸਭ ਤੋਂ ਵੱਡਾ ਜਿਹੜਾ ਰੋਗ ਆ, ਮੈਂ ਨਹੀਂ ਕਹਿੰਦਾ ਹੋਰ ਸਟੇਟਾਂ 'ਚ ਨਹੀਂ ਗਾ, ਪਰ ਇੱਥੇ ਜਿਹੜੀ ਪਿਕਚਰ ਕਲੀਅਰ ਸਾਹਮਣੇ ਆ ਰਹੀ ਹੈ। ਤੁਸੀਂ ਕੀ ਠੋਸ ਸਟੈਪ ਚੱਕੋਗੇ, ਕੀ ਲੈ ਕੇ ਆਓਗੇ ਤਾਂ ਕਿ ਇਸ ਚੀਜ਼ ਤੋਂ ਬਚਿਆ ਜਾ ਸਕੇ ਤੇ ਜਿਹੜੇ ਆ ਕੰਮ ਕਰ ਰਹੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾ ਸਕੇ? ਪੰਡਾਲ ਸਾਹਿਬ, ਜਦੋਂ ਆਪਾਂ ਕਿਸੇ ਚੀਜ਼ ਨੂੰ ਬਾਹਰ ਬਹਿ ਕੇ ਦੇਖਦੇ ਆ ਨਾ ਜੀ, ਉਹਦੀ ਆਈ ਪਾਣੀ ਦੇ ਕੰਢੇ ਬੈਠੇ ਵਾਲੇ ਨੂੰ ਹੋਰ ਤਰ੍ਹਾਂ ਦੀ ਲੱਗਦੀ ਹੁੰਦੀ ਹੈ, ਜਦੋਂ ਵਿੱਚ ਛਾਲ ਮਾਰੀਦੀ ਹੈ ਫਿਰ ਅਸਲ ਜਿਹੜਾ ਚਿਹਰਾ ਹੈਗਾ, ਅਸਲ ਗਹਿਰਾਈ ਦਾ ਤੇ ਪਾਣੀ ਦਾ ਕਿੰਨਾ ਕੁ ਠੰਡਾ ਉਦੋਂ ਪਤਾ ਲੱਗਦਾ ਜੀ। ਸੋ ਬੀਜੇਪੀ ਦੇ ਵਿੱਚ ਮੈਂ ਵੀ ਬਾਹਰੋਂ ਬਹਿ ਕੇ ਕਈ ਸਾਲ ਕਾਂਗਰਸ 'ਚ ਰਿਹਾ ਕਰਕੇ ਮੈਨੂੰ ਵੀ ਕਈ ਤਰ੍ਹਾਂ ਦੇ ਖਦਸ਼ੇ ਸੀ, ਪਰ ਮੈਂ ਜਦੋਂ ਜੁਆਇਨ ਕੀਤੀ ਹੈ ਮੈਂ ਹੁਣ ਇਹ ਮਹਿਸੂਸ ਕਰਦਾ ਕਿ ਜੇ ਦੁਨੀਆ ਦੇ ਪੱਧਰ ਦੇ ਉੱਤੇ ਕਿਤੇ ਸਰਦਾਰ ਮਨਮੋਹਨ ਸਿੰਘ ਨੇ ਹਿੰਦੁਸਤਾਨ ਦਾ ਨਾਮ ਜਿਹੜਾ ਆ ਉਹ ਅੱਗੇ ਲੈ ਕੇ ਆਂਦਾ, ਬਟ ਹੀ ਵਾਜ਼ ਨਾਟ ਗੁੱਡ ਐਡਮਿਨਿਸਟ੍ਰੇਟਰ, ਅਰਥ ਸ਼ਾਸਤਰੀ ਬਹੁਤ ਵਧੀਆ ਸੀ। ਪਰ ਮੈਂ ਜਿਹੜਾ ਸੀ ਇੱਥੇ PM ਦਾ ਚਿਹਰਾ ਹੈਗਾ ਨਰਿੰਦਰ ਮੋਦੀ, ਉਹ ਜਿੱਥੇ ਅਰਥ ਸ਼ਾਸਤਰ ਦੇ ਤੌਰ ਦੇ ਉੱਤੇ, ਉੱਥੇ ਮੈਂ ਸਮਝਦਾ ਕਿ ਉਹ ਬੜੇ ਅੱਛੇ ਐਡਮਿਨਿਸਟ੍ਰੇਟਰ ਨੇ। ਅੱਜ ਦੁਨੀਆ ਦੇ ਪੱਧਰ ਦੇ ਉੱਤੇ ਭਾਰਤ ਦਾ ਕਿਤੇ ਨਾ ਕਿਤੇ ਨਾਂ ਜਿਹੜਾ ਹੈਗਾ ਸਤਿਕਾਰ ਦੇ ਨਾਲ ਫਿਰ ਤੋਂ ਅੱਗੇ ਵਧਿਆ ਹੈਗਾ। ਔਰ ਸਭ ਗੱਲ ਇਹ ਹੈਗੀ ਆ ਕਿ ਸਟੇਬਿਲਿਟੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਕਿਸੇ ਦੇਸ਼ ਦੀ ਤਰੱਕੀ ਦੇ ਵਾਸਤੇ। ਅੱਜ ਹਿੰਦੁਸਤਾਨ ਦੇ ਵਿੱਚ ਜਿਹੜੀ ਗਵਰਨਮੈਂਟ ਹੈਗੀ ਆ ਉਹ ਇੱਕ ਸਟੇਬਲ ਹੈ ਔਰ ਫਰਮ ਡਿਸੀਜ਼ਨ ਲੈਣ ਵਾਲਾ। ਨਰਿੰਦਰ ਮੋਦੀ ਦੇ ਉੱਤੇ ਅੱਜ ਤੱਕ ਨਾ ਕੋਈ ਕਰਪਸ਼ਨ ਦਾ ਚਾਰਜ ਹੈ, ਨਾ ਉਹਨਾਂ ਦੇ ਉੱਤੇ ਕਦੇ ਭਾਈ ਭਤੀਜਾਵਾਦ ਨੂੰ ਅੱਗੇ ਲਿਆਉਣ ਦਾ ਚਾਰਜ ਹੈ। ਹਾਂ, ਇੱਕ ਗੱਲ ਜ਼ਰੂਰ ਉਹ ਕਹਿੰਦੇ ਜੀ, ਉਹ ਜਿਹੜੀ ਗੱਲ ਕਹਿ ਦਿੰਦੇ ਖੜਦੇ ਆ। ਮੈਂ ਕਹਿੰਦਾ ਇੱਕ ਗੁੱਡ ਐਡਮਿਨਿਸਟ੍ਰੇਟਰ ਲਈ ਇਹ ਗੁਣ ਤਾਂ ਬਹੁਤ ਵੱਡਾ ਹੁੰਦਾ ਕਿ ਉਹ ਆਪਣੇ ਕੀਤੇ ਹੋਏ ਫੈਸਲੇ ਨੂੰ ਉਹਦੇ ਤੇ ਸਟੈਂਡ ਲੈ ਸਕੇ। ਜਦੋਂ
देश का मुखिया ही कोई स्टैंड नहीं लै सकता तो देश कित्थे स्टैंड करूगा। तो ਡਾਕਟਰ ਜਿਹੜੀ ਸਾਹਿਬ ਤੁਸੀਂ ਇੱਥੋਂ ਗੱਲ ਇੱਥੋਂ ਇੱਕ ਕੁਐਸਚਨ ਖੜਾ ਹੁੰਦਾ ਜਿਹੜਾ ਮੇਰੇ ਵੀ ਜ਼ਿਹਨ 'ਚ ਹੈ, ਮੈਂ ਕਾਫੀ ਲੋਕਾਂ ਦੇ ਜ਼ਿਹਨ 'ਚ ਹੈ। ਇੱਕ ਕੁਐਸਚਨ ਖੜਾ ਹੁੰਦਾ ਕਿ ਜਿਹੜੇ ਕਾਨੂੰਨ ਬਣਾਏ ਗਏ ਸੀਗੇ, ਚਲੋ ਅੰਦੋਲਨ ਲੰਮਾ ਚੱਲਿਆ, ਅਖੀਰ ਗੁਰਪੁਰਬ ਵਾਲੇ ਦਿਨ ਉਹਨਾਂ ਨੇ ਵਾਪਸ ਲੈ ਲਏ, ਸਾਰੀਆਂ ਮੰਗਾਂ ਮੰਨ ਲਈਆਂ ਜਿਹੜੀਆਂ ਰਿਟਨ 'ਚ ਆ ਗਈਆਂ। ਉਸ ਤੋਂ ਬਾਅਦ ਵੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਿਰੋਧ ਆ ਅੱਗੇ ਨਾਲੋਂ ਘਟਿਆ ਜ਼ਰੂਰ ਹੈ, ਪਰ ਹੱਲੇ ਵੀ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ। ਉਹਦਾ ਕੀ ਕਾਰਨ ਹੈ? मैं पंडाल साहब जे मैनू 2 मिनट दे दिओ तो मैं गल रखा आपदी। ਉਹਦੇ ਚ ਜਿਹੜੀ ਗੱਲ ਮੈਂ ਕੀਤੀ ਹੈ ਕਿ ਅੱਜ ਪੰਜਾਬ ਦੇ ਵਿੱਚ ਵੀ ਜਿਹੜੇ ਤੁਸੀਂ ਪਹਿਲਾਂ ਮੁੱਦੇ ਕਹੇ ਆ, ਡਰੱਗ ਦਾ ਹੋ ਗਿਆ, ਬੇਰੁਜ਼ਗਾਰੀ ਦਾ ਹੋ ਗਿਆ, ਬੱਚੇ ਬਾਹਰ ਨੂੰ ਜਾ ਰਹੇ ਆ, ਉਹ ਸਾਰੇ ਮੁੱਦੇ ਜਿਹੜੇ ਆ ਉਹ ਇੱਕੋ ਹੀ ਲੜੀ ਦੇ ਵਿਚਲੇ ਸਾਰੇ ਕੁਐਸਚਨ ਹੈਗੇ ਔਰ ਉਹਨਾਂ ਦਾ ਇੱਕੋ ਹੀ ਆਨਸਰ ਹੈਗਾ। ਇਹ ਠੀਕ ਹੈ ਤੁਹਾਡੀ ਗੱਲ ਕਿ ਜਿਹੜੇ ਕਾਨੂੰਨ ਲਏ ਗਏ ਸੀਗੇ ਉਹ ਜਦੋਂ ਵੀ ਕੋਈ ਬੰਦਾ ਕੰਮ ਕਰਦਾ ਤਾਂ ਉਹਦੇ ਵਿੱਚ ਉਹਦੇ ਕੋਲੋਂ ਗਲਤੀਆਂ ਵੀ ਹੁੰਦੀਆਂ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਬੰਦਾ ਆਪਣੀ ਗਲਤੀ ਨੂੰ ਮੰਨ ਲਵੇ। ਇੱਥੇ ਅਕਾਲੀ ਦਲ ਦੇ ਉੱਤੇ ਬੇਅਦਬੀਆਂ ਦੇ ਇਲਜ਼ਾਮ ਲੱਗੇ, ਬਾਈਬਲ ਕਲਾ ਆੜੀ ਵਰਗੇ ਕਾਂਡ, ਨਕੋਦਰ ਵਰਗੇ ਕਾਂਡ ਦੇ ਇਲਜ਼ਾਮ ਲੱਗੇ, ਪਰ ਉਹਨਾਂ ਨੇ ਕਦੇ ਵੀ ਉਹਨਾਂ ਜਿਹੜੇ ਸੀਗੇ ਸਿੱਧੇ ਤੌਰ ਤੇ ਉਹਨਾਂ ਦੇ ਪ੍ਰਤੀ ਆਪਣੇ ਆਪ ਦੀ ਗਲਤੀ ਮੰਨ ਕੇ ਮਾਫੀ ਨਹੀਂ ਮੰਗੀ। ਕਾਂਗਰਸ ਦੇ ਉੱਤੇ ਵੀ ਚਾਹੇ ਨਸਲਕੁਸ਼ੀ ਦਾ ਮੁੱਦਾ ਸੀਗਾ ਜਿਹੜਾ ਉਹ ਐਡਾ ਵੱਡਾ ਬਣਿਆ 84 ਦੇ ਦੰਗੇ, ਉਹ ਹਰਮੰਦਰ ਸਾਹਿਬ ਦੇ ਉੱਤੇ ਔਰ ਅਕਾਲ ਤਖਤ ਸਾਹਿਬ ਨੂੰ ਢਾਉਣ ਦੇ ਇਲਜ਼ਾਮ ਲੱਗੇ ਔਰ ਉਹ ਕੁੱਲ ਦੁਨੀਆ ਨੇ ਉਸ ਗੱਲ ਦੀ ਗਵਾਹੀ ਭਰੀ ਹੈ, ਬਟ ਉਹਨਾਂ ਨੇ ਵੀ ਅੱਜ ਤੱਕ ਉਸ ਗੱਲ ਲਈ ਮਾਫੀ ਨਹੀਂ ਮੰਗੀ। ਮੈਂ ਸਮਝਦਾ ਕਿ ਬੇਸ਼ੱਕ ਸੰਘਰਸ਼ ਲੰਬਾ ਚੱਲਿਆ, ਬੇਸ਼ੱਕ ਉੱਥੇ ਸਾਡੀਆਂ ਕੀਮਤੀ ਜਾਨਾਂ ਵੀ ਗਈਆਂ, ਜਿਵੇਂ ਬਰਗਾੜੀ ਕਾਂਡ ਚ ਗਈਆਂ ਜਾਂ ਉਸ ਨਸਲਕੁਸ਼ੀ ਸਾਹਿਬ ਦੇ ਵਿੱਚ, ਪਰ ਉੱਥੇ ਐਂਡ ਜਿਹੜਾ ਉਹਦਾ ਹੋਇਆ ਉਹ ਸਿਖਾਵਾਂ ਇਸ ਗੱਲ ਨੂੰ ਲੈ ਕੇ ਮੈਂ ਕਹਿ ਸਕਦਾ ਕਿ ਨਰਿੰਦਰ ਮੋਦੀ ਔਰ ਭਾਰਤੀ ਜਨਤਾ ਪਾਰਟੀ ਜਿੱਥੇ ਸਿੱਖ ਕਮਿਊਨਿਟੀ ਦਾ ਸਤਿਕਾਰ ਕਰਦੀ ਹੈ, ਚਾਹੇ ਉਹ ਕੋਰੀਡੋਰ ਦਾ ਖਿਲਾਣਾ, ਚਾਹੇ ਜਿਹੜੇ ਦਿੱਲੀ ਦੰਗਿਆਂ ਦੇ 37.5 ਸਾਲਾਂ ਬਾਅਦ ਵੀ ਨਰਿੰਦਰ ਮੋਦੀ ਨੇ ਇੱਕ ਕਮੇਟੀ ਬਣਾਈ ਹੈ ਜਿਹਨੇ ਉਹਦੇ ਵਿੱਚ ਕਮਲਨਾਥ ਵਰਗੇ ਨੂੰ ਵੀ ਹੁਣ ਲਪੇਟਿਆ, ਜਦ ਕਿ ਜਿਹੜੇ ਵਰਗੇ ਸੱਜਣ ਕੁਮਾਰ ਜਾਖੜ ਪਹਿਲਾਂ ਹੀ ਉਹ ਅੰਦਰ ਕੀਤੇ, ਇਹਨਾਂ ਨੇ ਆ ਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ। ਔਰ ਕਿਤੇ ਨਾ ਕਿਤੇ ਜਿਹੜਾ ਸਾਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸੀਗਾ, ਬੜਾ ਲੰਬਾ ਸਮਾਂ ਤੋਂ ਚਾਚੇ ਨਹਿਰੂ ਦੀ ਕੀ ਕੰਟਰੀਬਿਊਸ਼ਨ ਸੀਗੀ ਬਾਲਾਂ ਦੇ ਵਾਸਤੇ, ਮੈਂ ਉਹਦੇ ਦੇ ਕੋਈ ਕੁਐਸਚਨ ਨਹੀਂ ਕਰਦਾ, ਪਰ ਬਾਲ ਦਿਵਸ ਤੇ ਮਨਾਉਂਦੇ ਰਹੇ। ਅੱਜ ਭਾਰਤੀ ਜਨਤਾ ਪਾਰਟੀ ਨੇ, ਨਰਿੰਦਰ ਮੋਦੀ ਜੀ ਨੇ ਸਾਡੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਨੀਹਾਂ 'ਚ ਚਿਣਾਤਾ ਸੀ, ਉਹਨਾਂ ਦੇ ਸ਼ਹੀਦੀ ਦਿਨ ਨੂੰ ਵੀਰ ਬਾਲ ਦਿਵਸ ਦਾ ਨਾਂ ਦੇ ਕੇ ਕਿਤੇ ਨਾ ਕਿਤੇ ਕਾਲਜੇ ਨੂੰ ਠੰਡ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਉਹ ਜਿਹੜੇ ਕਿਸਾਨ ਅੰਦੋਲਨ ਲੰਬਾ ਚੱਲਿਆ ਉਹਦੇ ਵਿੱਚ ਜਿਹੜੀਆਂ ਕੀਮਤੀ ਜਾਨਾਂ ਗਈਆਂ, ਉਹਦੇ ਵਾਸਤੇ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਉੱਤੇ ਉਹਨਾਂ ਨੇ ਤੋਂ ਹੱਥ ਜੋੜ ਕੇ ਮਾਫੀ ਮੰਗੀ ਹੈ। ਪਰ ਮੈਂ ਸਮਝਦਾ ਕਿ ਜ਼ਖਮ ਜਿਹੜੇ ਅੱਲੇ ਹੁੰਦੇ ਨੇ ਉਹ ਹੌਲੀ ਹੌਲੀ ਭਰਦੇ ਆ ਔਰ ਨਰਿੰਦਰ ਸਿੰਘ ਕਪੂਰ ਲਿਖਦੇ ਕਿ ਜੇ ਦਰਦ ਭੁੱਲਣ ਹਾਰ ਨਾ ਹੋਵੇ, ਜੇ ਬੰਦਾ ਦਰਦ ਭੁੱਲਦਾ ਨਾ ਹੋਵੇ ਤਾਂ ਕੋਈ ਜਨਾਨੀ ਦੂਜਾ ਬੱਚਾ ਨਾ ਜੰਮੇ ਜਿੰਨੀ ਪੀੜ ਉਸ ਵੇਲੇ ਹੁੰਦੀ। ਤੋਂ ਅੱਜ ਦੇਸ਼ ਨੂੰ ਔਰ ਪੰਜਾਬ ਨੂੰ ਇੱਕ ਸਥਿਰ ਗਵਰਨਮੈਂਟ ਦੀ ਲੋੜ ਹੈ ਜਿਹੜੀ ਪੰਜਾਬ ਦੇ ਵਿੱਚ ਜਿਵੇਂ ਲਾਗਲੇ ਸੂਬਿਆਂ ਨੇ ਤਰੱਕੀ ਕੀਤੀ ਹੈ, ਜਿੱਥੇ ਜਿੱਥੇ ਭਾਜਪਾ ਰਹੀ ਹੈ, ਚਾਹੇ ਯੂਪੀ ਹੈ, ਚਾਹੇ ਹਰਿਆਣਾ, ਹਿਮਾਚਲ ਆ, ਬੱਦੀ ਦੇ ਵਿੱਚ ਦੇਖੋ ਕਿੰਨੀ ਇੰਡਸਟਰੀ ਗਈ ਹੈ ਔਰ ਪੰਜਾਬ ਬਿਲਕੁਲ ਖਾਲੀ ਹੋ ਗਿਆ। ਇੱਥੇ ਇਸੇ ਨਸ਼ੇ ਤੇ ਬੱਚਿਆਂ ਦਾ ਪ੍ਰਵਾਸ ਵੱਧ ਗਿਆ ਕਿਉਂਕਿ ਨਾ ਤਾਂ ਕੋਈ ਇੰਡਸਟਰੀ ਵੱਡੀ ਆਈ ਹੈ, ਨਾ ਕੋਈ ਇੱਥੇ ਭਰਤੀ ਹੋਈ ਹੈ। ਐਜੂਕੇਸ਼ਨ ਦੇ ਦੇਣੀ ਕੋਈ ਹੱਲ ਨਹੀਂ ਹੁੰਦਾ, ਐਜੂਕੇਸ਼ਨ ਤੋਂ ਬਾਅਦ ਉਹਨੂੰ ਨੌਕਰੀ ਦੇਣਾ ਹੱਲ ਹੁੰਦਾ। ਅੱਜ ਕੋਲੇ ਨੌਕਰੀ ਤੇ ਭਰਤੀ ਕਰਨੇ ਨੂੰ ਪੈਸੇ ਹੀ ਹੈ ਨਹੀਂ। ਸਾਡੀਆਂ ਧੀਆਂ, ਸਾਡੇ ਬੱਚੇ ਟੈਂਕੀਆਂ ਤੇ ਚੜੇ ਫਿਰਦੇ ਆ, ਇੱਕ ਇੱਕ ਨੌਕਰੀ ਵਾਸਤੇ ਮਾਰੇ ਫਿਰਦੇ ਆ। ਸੋ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਮੁੜ ਕੇ ਇੱਕ ਸਥਿਰ ਸਰਕਾਰ ਦੀ ਲੋੜ ਹੈ। ਜਿਹੜੀ ਨਾਰਾ ਦਿੱਤਾ ਭਾਜਪਾ ਨੇ, ਡਬਲ ਇੰਜਨ ਸਰਕਾਰ, ਜੇ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਔਰ ਪੰਜਾਬ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਤਾਂ ਸਾਰੀਆਂ ਜਿੰਨੀਆਂ ਸਕੀਮਾਂ, ਚਾਹੇ ਉਹ ਨੀਲੇ ਕਾਰਡਾਂ ਵਾਲੀ ਗੱਲ ਕਰ ਲਓ, ਚਾਹੇ ਆਯੁਸ਼ਮਾਨ ਭਾਰਤ ਦੇ 5 ਲੱਖ ਦੇ ਬੀਮੇ ਦੀ ਗੱਲ ਕਰ ਲਓ, ਚਾਹੇ ਆ ਜਿਹੜਾ ਗਰੀਬਾਂ ਨੂੰ ਦਾਲ ਰੋਟੀ ਜਿਹੜੀ ਕਣਕ ਮਿਲਦੀ ਹੈਗੀ ਆ, ਚਾਹੇ ਲੇਬਰ ਕਾਰਡ ਬਣਦੇ ਹੈਗੇ ਆ ਔਰ ਹੋਰ ਜਿੰਨੀਆਂ ਵੀ ਚੀਜ਼ਾਂ, ਮੈਂ ਇੱਥੇ ਯੂਥ ਦਾ ਹਸਪੀਟਲ ਬਣਾਇਆ, ਇਹ ਸਾਰੀਆਂ ਚੀਜ਼ਾਂ ਸੈਂਟਰ ਦੇ ਕੋਲ ਹੀ ਪੈਸਾ ਉੱਥੋਂ ਹੀ ਲਿਆਂਦੀਆਂ ਜਾਣੀਆਂ। ਜੇ ਅੱਜ ਕਿਸਾਨ ਸਾਡੇ ਕਰਜ਼ੇ ਦੀ ਗੱਲ ਕਰੀਏ, ਜੇ ਪੰਜਾਬ ਦੇ ਉੱਤੇ ਲੱਖਾਂ ਕਰੋੜਾਂ ਦੇ ਚੜੇ ਕਰਜ਼ੇ ਦੀ ਗੱਲ ਕਰੀਏ ਤਾਂ ਸੈਂਟਰ ਦੀ ਦਖਲਅੰਦਾਜ਼ੀ ਤੋਂ ਬਿਨਾਂ, ਉਹਨਾਂ ਦੀ ਮਦਦ ਤੋਂ ਬਿਨਾਂ ਮੁੜ ਕੇ ਪੰਜਾਬ ਨਹੀਂ ਖੜਾ ਹੋਣਾ।
ਕਿਉਂਕਿ ਪੰਜਾਬ ਨੂੰ ਕਰਜ਼ੇ ਦਾ ਵਿਆਜ ਲਾਉਣ ਵਾਸਤੇ ਹੀ ਨਵਾਂ ਕਰਜ਼ਾ ਲੈਣਾ ਪੈਂਦਾ। ਸੋ ਮੈਂ ਇਸ ਕਰਕੇ ਵੱਡੇ ਵੱਡੇ ਸੈਲੀਬ੍ਰਿਟੀ ਨਹੀਂ, ਵੱਡੇ ਵੱਡੇ ਬੁੱਧੀਜੀਵੀ, ਮੋਗੇ ਦੇ ਸਾਬਕਾ ਡੀਜੀਪੀ, ਦੂਸਰੇ ਸਾਬਕਾ ਡੀਜੀਪੀ ਵਿਰਕ ਸਾਹਿਬ, ਹੋਰ IAS ਅਫਸਰ ਔਰ ਬੜੇ ਸਿਆਣੇ ਸਿਆਣੇ ਬੰਦੇ ਇਸ ਪਾਰਟੀ ਨੂੰ ਇਸ ਕਰਕੇ ਨਹੀਂ ਚੁਣ ਰਹੇ ਕਿ ਇਹ ਸੱਤਾ 'ਚ ਹੈ, ਇਸ ਕਰਕੇ ਚੁਣ ਰਹੇ ਕਿ ਇਹ ਇੱਕੋ ਇੱਕ ਪਾਰਟੀ ਹੈ ਜਿਹੜੀ ਭਾਰਤ ਮਾਤਾ ਜੈ ਦਾ ਨਾਰਾ ਦਿੰਦੀ ਹੈ ਔਰ ਜਿਹੜੀ ਨੈਸ਼ਨਲਿਜ਼ਮ ਦੀ ਗੱਲ ਕਰਦੀ ਹੈ। ਅੱਜ ਕਾਂਗਰਸ ਦੇ ਰਾਹੁਲ ਗਾਂਧੀ ਨੇ ਜਿਹੜਾ ਬਿਆਨ ਦਿੱਤਾ ਆ, ਉਹਨਾਂ ਨੇ ਕਿਹਾ ਯੂਨੀਅਨ ਆਫ ਸਟੇਟਸ, ਇੱਥੇ ਇਹ ਯੂਨੀਅਨ ਆਫ ਸਟੇਟਸ ਨਹੀਂ ਹੈਗਾ, ਇਹ ਇੱਕ ਨੇਸ਼ਨ ਆ, ਭਾਰਤ ਇੱਕ ਨੇਸ਼ਨ ਆ। ਸੋ ਅਸੀਂ ਨੈਸ਼ਨਲਿਜ਼ਮ ਦੀ ਗੱਲ ਕਰਦੀ ਹੈ ਭਾਰਤੀ ਜਨਤਾ ਪਾਰਟੀ। ਸੈਲੀਬ੍ਰਿਟੀ ਲੋਕ ਇਸ ਕਰਕੇ ਨੂੰ ਆ ਰਹੇ ਕਿ ਕਿਤੇ ਨਾ ਕਿਤੇ ਸਾਨੂੰ ਪੰਜਾਬ ਦਾ ਜਿਹੜਾ ਭਲਾ ਹੈਗਾ ਉਹ ਉਸ ਪਾਰਟੀ ਤੋਂ ਹੀ ਲੱਗਦਾ ਜਿਹਦੇ 2.5-3 ਸਾਲ ਅਜੇ ਪਏ ਆ ਪੰਜਾਬ 'ਚ, ਔਰ 24 'ਚ ਵੀ ਕੋਈ ਲੀਡਰ ਨਹੀਂ ਇਹੋ ਜਿਹਾ ਦਿਸਦਾ ਜਿਹੜਾ ਉਹਨਾਂ ਦਾ ਬਦਲਾਅ ਕਰ ਸਕੇ। ਡਾਕਟਰ ਸਾਹਿਬ ਤੁਸੀਂ ਬੜੇ ਸੰਖੇਪ ਨਾਲ ਬਹੁਤ ਸੋਹਣਾ ਐਲੈਬੋਰੇਸ਼ਨ ਦਿੱਤੀ ਹਰ ਚੀਜ਼ ਦੇ ਉੱਤੇ। ਜਿਸ ਦਿਨ ਇਹ ਕਾਨੂੰਨ ਵਾਪਸ ਲਏ ਗਏ ਸੀ ਉਸ ਦਿਨ ਅਸੀਂ ਇਸੇ ਮੰਚ ਤੋਂ ਅਸੀਂ ਕਿਹਾ ਸੀਗਾ ਇਹਦੇ ਵਿੱਚ ਕੋਈ ਹਾਰਿਆ ਨਹੀਂ, ਸਾਰੇ ਹੀ ਜਿੱਤੇ ਆ, ਕਿਉਂਕਿ ਇੱਕ ਉਹ ਆਪਣਾ ਸੋਹਣਾ ਭਾਰਤ ਮਹਾਨ ਇੱਕ ਗੁਲਦਸਤਾ ਜਿਸ ਤਰ੍ਹਾਂ ਦੇ ਫੁੱਲ ਹੈ, ਚਾਹੇ ਉਹ ਅਰੁਣਾਚਲ ਪ੍ਰਦੇਸ਼ ਹੋਵੇ ਚਾਹੇ ਰਾਜਸਥਾਨ ਹੋਵੇ, ਸਾਰਾ ਇੱਕ ਹੈ। ਅਤੇ ਇਹਦੇ ਵਿੱਚ ਕੋਈ ਗਲਤੀ ਹੋ ਜਾਂਦੀ ਹੈ, ਅੰਦੋਲਨ ਚੱਲਦਾ, ਕੋਈ ਗੱਲ ਨਹੀਂ, ਐਟਲੀਸਟ ਜਿਹੜਾ ਐਂਡ ਹੁੰਦਾ ਹੈ ਬਹੁਤ ਸੋਹਣਾ। ਪ੍ਰਧਾਨ ਮੰਤਰੀ ਨੇ ਜੀ ਉਹ ਵੀ ਵਧਾਈ ਦੇ ਪਾਤਰ ਨੇ, ਕਿਸਾਨ ਵੀ ਵਧਾਈ ਦੇ ਪਾਤਰ ਨੇ, ਬਹੁਤ ਸੋਹਣਾ ਲਿਆ। ਅਤੇ ਹੁਣ ਜਿਹੜੇ ਆਉਣ ਵਾਲਾ ਇਲੈਕਸ਼ਨ ਹੈ 2022 ਦਾ, ਹੋਰ 10-12 ਦਿਨ ਰਹਿ ਗਏ ਆ, ਤੁਹਾਨੂੰ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ। ਅਤੇ ਆਉਣ ਵਾਲੇ ਵਕਤ ਲਈ ਤੁਸੀਂ ਸਟੈਂਡ ਜ਼ਰੂਰ ਲਿਓ। ਪਾਣੀ ਦਾ ਪੱਧਰ ਗਿਰਦਾ ਜਾ ਰਿਹਾ, ਡਰੱਗਸ ਜਿਹੜੀ ਸਿੱਖਿਆ ਦਾ ਲੈਵਲ ਹੈ, ਬੱਚੇ ਪ੍ਰਵਾਸ ਨਾ ਕਰਨ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡੇ ਤੋਂ ਮੈਂ ਵਿਦਾ ਲੈਣਾ। ਤੁਸੀਂ ਟਾਈਮ ਕੱਢਿਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੇ ਸ਼ੁਭ ਕਾਮਨਾਵਾਂ। ਤੁਹਾਨੂੰ ਵੀ ਪੰਡਾਲ ਸਾਹਿਬ ਔਰ ਤੁਹਾਡੇ ਨਾਲ ਜੁੜੇ ਸਾਰੇ ਸਾਥੀਆਂ ਨੂੰ ਦਿਲ ਦੀ ਗਹਿਰਾਈ ਤੋਂ ਫਤਿਹ ਸਾਂਝੀ ਕਰਦਾ ਜੀ। ਦਰਸ਼ਕ, ਇਸ ਡਾਕਟਰ ਹਰਜੋਤ ਕਮਲ ਜੀ ਮੋਗਾ ਤੋਂ ਸਿਟਿੰਗ ਜਿਹੜੇ ਕੈਂਡੀਡੇਟ ਹੈ ਤੇ MLA ਵੀ ਹੈ, ਹੁਣ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਤੋਂ, ਵਿਸਤਾਰ ਨਾਲ ਸਾਰੀ ਗੱਲ ਸਮਝਾਈ ਉਹਨਾਂ ਨੇ। ਅੱਜ ਦਾ ਸ਼ੋਅ ਇੱਥੇ ਤੱਕ ਹੀ ਸੀਗਾ। ਮੈਨੂੰ ਦਿਓ ਗੁਰਲਾਲ ਨੂੰ ਇਜਾਜ਼ਤ। ਆਪ ਦਾ ਪੂਰਾ ਖਿਆਲ ਰੱਖਣਾ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।